ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਰੀਟ ਪੰਜਾਬੀ ਦੀ ਕਲਾਸ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ ਦੋਸਤੋ। ਆਪਾਂ ਜਿਵੇਂ ਕਿ ਗੱਲ ਕਰ ਰਹੇ ਸੀ ਵਰਣਾਂ ਦੇ ਭੇਦਾਂ ਦੀ, ਆਪਾਂ ਗੱਲ ਕੀਤੀ ਸੀ ਕਿਵੇਂ ਉਚਾਰਨ ਵਿਧੀ ਦੇ ਆਧਾਰ ਤੇ ਆਪਾਂ ਵਰਣਾਂ ਦੇ 4 ਭੇਦਾਂ ਦੀ ਗੱਲ ਕੀਤੀ ਸੀ। ਸਭ ਤੋਂ ਪਹਿਲਾਂ ਸਵਰ, ਉਸ ਤੋਂ ਉਪਰੰਤ ਵਿਅੰਜਨ, ਇਸ ਤਰ੍ਹਾਂ ਕਰਕੇ ਜਿਵੇਂ ਦੁੱਤ ਅੱਖਰ ਅਤੇ ਅਨੁਨਾਸਕੀ ਅੱਖਰ ਜਿਹੜੇ ਹੁੰਦੇ ਹਨ, ਇਹਨਾਂ ਦੇ ਬਾਰੇ ਆਪਾਂ ਗੱਲ ਕੀਤੀ ਸੀ। ਸਵਰ ਅੱਖਰ ਉਹ ਅੱਖਰ ਜੋ ਬਿਨਾਂ ਕਿਸੇ ਦੂਜੇ ਅੱਖਰ ਦੀ ਸਹਾਇਤਾ ਦੇ ਬੋਲੇ ਜਾਣ, ਉਹਨਾਂ ਨੂੰ ਕਹਿੰਦੇ ਆ ਸਵਰ ਜਾਂ ਸਵਰ ਅੱਖਰ। ਉਸ ਤੋਂ ਬਾਅਦ ਵਿਅੰਜਨ ਆ ਜਿਹੜਾ, ਵਿਅੰਜਨ ਉਹ ਹੁੰਦੇ ਹਨ ਜੋ ਬਿਨਾਂ ਕਿਸੇ ਦੂਜੇ ਅੱਖਰ ਦੀ ਸਹਾਇਤਾ ਦੇ ਨਾ ਬੋਲੇ ਜਾਣ। ਮਤਲਬ ਕੀ ਹੈ ਕਿ ਵਿਅੰਜਨਾਂ ਨੂੰ ਬੋਲਣ ਵਾਸਤੇ ਸਾਨੂੰ ਕਿਸੇ ਨਾ ਕਿਸੇ ਸਵਰ ਦੀ ਜਾਂ ਲਗਾ ਮਾਤਰਾ ਦੀ ਸਹਾਇਤਾ ਲੈਣੀ ਪਵੇਗੀ। ਜਦੋਂ ਆਪਾਂ ਕਿਸੇ ਅੱਖਰ ਦੇ ਟੁਕੜੇ ਕਰਦੇ ਹਾਂ ਉਦੋਂ ਸਾਨੂੰ ਪਤਾ ਲੱਗਦਾ ਕਿ ਅੱਛਾ ਕਿ ਇਹ ਵਿਅੰਜਨ ਨੇ ਜਿਹੜੇ ਵਾਕਈ ਇਹ ਮਤਲਬ ਬਿਨਾਂ ਕਿਸੇ ਸਵਰ ਤੋਂ ਨਹੀਂ ਬੋਲੇ ਜਾ ਸਕਦੇ। ਬਸ ਆਮ ਜੀ ਸਧਾਰਨ ਜੀ ਪਰਿਭਾਸ਼ਾ ਯਾਦ ਰੱਖਣੀ ਹੈ। ਅਨੁਨਾਸਕੀ ਅੱਖਰਾਂ ਦੀ ਗੱਲ ਕੀਤੀ ਸੀ ਆਪਾਂ, ਦੁੱਤ ਅੱਖਰਾਂ ਦੀ। ਉਸ ਤੋਂ ਉਪਰੰਤ ਆਪਾਂ ਲਗਾ ਮਾਤਰਾ ਦੀ ਗੱਲ ਕੀਤੀ ਸੀ। ਲਗਾ ਮਾਤਰਾ ਦੇ ਵਿੱਚ ਆਪਾਂ ਕਾਫੀ ਵਿਚਾਰ ਚਰਚਾ ਨਾਲ ਲਗਾ ਮਾਤਰਾ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਉਹਦੇ ਵਿੱਚ ਕੀ ਹੈ, ਹੁਣ ਆਪਾਂ ਥੋੜ੍ਹਾ ਜਿਹਾ ਇੱਕ ਹੋਰ ਚੀਜ਼ ਦੇਖਦੇ ਹਾਂ। ਜਿਵੇਂ ਕਿ ਕੋਈ ਅੱਖਰ ਜਾਂ ਵਰਨ ਸਭ ਤੋਂ ਪਹਿਲਾਂ ਬੋਲਿਆ ਜਾਂਦਾ ਹੈ। ਅੱਛਾ, ਬੋਲਣ ਦਾ ਤਰੀਕਾ ਕਿਵੇਂ ਹੈ? ਅੱਖਰ ਵਰਨਾਂ ਦੀ ਗੱਲ ਕਰ ਚੁੱਕੇ ਹਾਂ ਆਪਾਂ। ਅੱਖਰਾਂ ਦੀ ਲਗਾ ਮਾਤਰਾ ਜੋ ਕਿ ਸਾਡੀਆਂ ਸਵਰ ਧੁਨੀਆਂ ਨੂੰ ਜਦੋਂ ਅਸੀਂ ਦਰਸਾਉਂਦੇ ਹਾਂ, ਜਦੋਂ ਸਵਰ ਧੁਨੀਆਂ ਨੂੰ ਦਰਸਾਉਣ ਵਾਸਤੇ ਜਿਹੜੇ ਅਸੀਂ ਲਿਪੀ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੂੰ ਆਪਾਂ ਲਗਾ ਮਾਤਰਾ ਕਹਿ ਦਿੰਦੇ ਹਾਂ। ਜਿਹੜੀਆਂ ਸਾਡੀਆਂ ਲਗਾ ਮਾਤਰਾ ਦੀ ਪਰਿਭਾਸ਼ਾ ਕੀ ਹੈ, ਇੱਕ ਵਧੀਆ ਪਰਿਭਾਸ਼ਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹ ਇਹ ਹੈ ਕਿ ਸਵਰ ਧੁਨੀਆਂ ਨੂੰ ਦਰਸਾਉਣ ਲਈ, ਸਵਰ ਧੁਨੀਆਂ ਕਿੰਨੀਆਂ ਨੇ ਸਾਡੀਆਂ? 10। ਸੋ ਸਵਰ ਧੁਨੀਆਂ ਨੂੰ ਦਰਸਾਉਣ ਲਈ ਵਰਤੇ ਗਏ ਲਿਪੀ ਚਿੰਨ੍ਹ, ਜੀ ਬਿਲਕੁਲ ਸਹੀ ਗੱਲ ਹੈ ਜੀ। ਇਸ ਪਰਿਭਾਸ਼ਾ ਦੇ ਵਿੱਚ ਬਹੁਤ ਕੁਝ ਛੁਪਿਆ। ਜੋ ਆਪਾਂ ਉਸ ਸਾਰਣੀ ਦੇ ਵਿੱਚ ਕੀਤਾ ਸੀਗਾ ਉਹ ਇਹੀ ਹੈ। ਲਗਾ ਮਾਤਰਾ ਸਵਰ ਧੁਨੀਆਂ ਨੂੰ ਦਰਸਾਉਣ ਲਈ ਵਰਤੇ ਗਏ ਲਿਪੀ ਚਿੰਨ੍ਹ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਜੀ ਸਾਡੀ ਲਗਾ ਮਾਤਰਾ। ਉਹਨਾਂ ਨੂੰ ਲਗਾ ਕਿਹਾ ਜਾਂਦਾ ਹੈ। ਅਤੇ ਮਾਤਰਾ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਆਪਾਂ ਲਗਾ ਨੂੰ ਬੋਲਣ ਲੱਗੇ ਜਿਹੜਾ ਸਮਾਂ ਲੱਗਦਾ ਹੈ ਉਸ ਨੂੰ ਮਾਤਰਾ ਕਹਿ ਦਿੱਤਾ ਜਾਂਦਾ ਹੈ। ਸੋ ਸਵਰ ਧੁਨੀਆਂ ਨੂੰ ਦਰਸਾਉਣ ਲਈ ਵਰਤੇ ਲਿਪੀ ਚਿੰਨ੍ਹ ਜੋ ਹੁੰਦੇ ਹਨ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਜੀ ਲਗਾ। ਅਤੇ ਲਗਾ ਨੂੰ ਬੋਲਣ ਲੱਗਿਆ ਜਿਹੜਾ ਸਮਾਂ ਲੱਗੇ ਉਸ ਦੇ ਆਧਾਰ 'ਤੇ ਆਪਾਂ ਮਾਤਰਾ ਨੂੰ 2 ਭਾਗਾਂ ਦੇ ਵਿੱਚ ਵੰਡਿਆ ਸੀ, ਇੱਕ ਹਰਸਮ ਮਾਤਰਾ ਅਤੇ ਇੱਕ ਦੀਰਘ ਮਾਤਰਾ। ਹੁਣ ਆਪਾਂ ਕੁਝ ਕੁ ਹੋਰ ਗੱਲਾਂ ਕਰੀਏ। ਅੱਛਾ, ਹੁਣ ਤੁਸੀਂ ਇੱਕ ਗੱਲ ਕਰਿਓ ਕਿ ਆਪਾਂ ਦੇਖੋ ਗੱਲ ਇੱਦਾਂ ਹੈ, ਤੁਸੀਂ ਇੱਕ ਯਾਦ ਰੱਖਣ ਵਾਲੀ ਗੱਲ ਹੈ। ਸਭ ਤੋਂ ਪਹਿਲਾਂ ਆਪਾਂ ਵਰਨ ਨੂੰ ਬੋਲਦੇ ਹਾਂ। ਅੱਛਾ, ਬੋਲਣ ਦਾ ਤਰੀਕਾ ਕਿਵੇਂ ਰਹਿੰਦਾ? ਕਿਸੇ ਅੱਖਰ ਨੂੰ, ਤੁਹਾਡੇ ਸਾਹਮਣੇ ਕੋਈ ਅੱਖਰ ਹੈ, ਮੰਨ ਲਓ ਸ਼ਬਦ ਲਿਖਿਆ ਵਾ ਹੈ ਮੁੰਡਾ, ਠੀਕ ਹੈ। ਇਹਦੇ ਵਿੱਚ ਜਿਹੜਾ ਮੰਮਾ ਵਿਅੰਜਨ ਹੈ, ਥੱਲੇ ਛੋਟੇ ਊ ਦੀ ਮਾਤਰਾ ਹੈ, ਉੱਪਰ ਇੱਕ ਲਗਾਖਰ ਵੀ ਲੱਗਾ ਹੈ। ਮਤਲਬ ਕੀ ਹੈ, ਇੱਕ ਲਗਾ ਵੀ ਲੱਗੀ ਹੈ, ਇੱਕ ਲਗਾਖਰ ਵੀ ਲੱਗਾ ਹੈ। ਹੁਣ ਇੱਥੇ ਕੀ ਹੈ, ਜਦੋਂ ਆਪਾਂ ਇਸ ਦੇ ਟੁਕੜੇ ਕਰਦੇ ਹਾਂ ਉਦੋਂ ਆਪਾਂ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਸਭ ਤੋਂ ਪਹਿਲਾਂ ਬੋਲਣ ਦੇ ਵਿੱਚ ਸਭ ਤੋਂ ਪਹਿਲਾਂ ਵਰਨ ਬੋਲਦੇ ਹਾਂ ਆਪਾਂ। ਜਦੋਂ ਆਪਾਂ ਬੋਲਦੇ ਹਾਂ ਸਭ ਤੋਂ ਪਹਿਲਾਂ ਮੰਮਾ। ਹੁਣ ਮੁੰਡਾ ਸ਼ਬਦ ਬੋਲਤਾ, ਮੁੰਡਾ ਸ਼ਬਦ ਨੂੰ ਬੋਲਣ ਦਾ ਤਰੀਕਾ ਕੀ ਸੀ? ਉਸ ਮੁੰਡਾ ਸ਼ਬਦ ਦੇ ਵਿੱਚ ਆਹ ਜੋ ਸ਼ਬਦ ਹੈ ਕੱਲਾ, ਇਹਨੂੰ ਆਪਾਂ ਬੋਲਣ ਦਾ ਤਰੀਕਾ ਕਿਵੇਂ ਸੀ? ਆਹ ਜਿਹੜਾ ਸ਼ਬਦ ਹੈ ਨਾ, ਮੰਨ ਲਓ ਕੱਲਾ, ਮੰਮੇ ਦੇ ਉੱਪਰ, ਮੰਮੇ ਦੇ ਥੱਲੇ ਔਂਕੜ ਹੈ ਅਤੇ ਉੱਪਰ ਟਿੱਪੀ ਲੱਗੀ ਹੈ। ਇਹਨੂੰ ਬੋਲਣ ਦਾ ਤਰੀਕਾ ਕਿਵੇਂ ਸੀ ਆਪਣਾ? ਸਭ ਤੋਂ ਪਹਿਲਾਂ ਅਸੀਂ ਬੋਲਣ ਦੇ ਵਿੱਚ ਵਰਨ ਨੂੰ ਬੋਲਦੇ ਹਾਂ। ਵਰਨ ਸਭ ਤੋਂ ਪਹਿਲਾਂ ਸਾਡੇ ਮੂੰਹ 'ਚੋਂ ਨਿਕਲਦੇ ਹਨ। ਵਰਨ ਮਤਲਬ ਸਵਰ ਅਤੇ ਵਿਅੰਜਨ ਦੋਨੋਂ। ਉਸ ਤੋਂ ਬਾਅਦ ਅਸੀਂ ਬੋਲਦੇ ਹਾਂ, ਉਪਰੰਤ ਅਸੀਂ ਬੋਲਦੇ ਹਾਂ ਲਗਾ, ਉਪਰੰਤ ਅਸੀਂ ਬੋਲਦੇ ਹਾਂ ਲਗਾਖਰ। ਇਹ ਕਿਸੇ ਭਾਸ਼ਾ ਨੂੰ ਬੋਲਣ ਦਾ ਤਰੀਕਾ ਹੁੰਦਾ ਹੈ, ਸ਼ਬਦਾਂ ਨੂੰ ਬੋਲਣ ਦਾ ਤਰੀਕਾ ਹੁੰਦਾ ਹੈ ਵਿਆਕਰਣ ਦੇ ਅਨੁਸਾਰ। ਵੀ ਜਦੋਂ ਆਪਾਂ ਮੁੰਡਾ ਸ਼ਬਦ ਬੋਲਤਾ, ਉਹਦੇ ਵਿੱਚੋਂ ਜਿਹੜਾ ਆਪਾਂ ਪਹਿਲਾ ਸ਼ਬਦ ਜਦੋਂ ਆਪਣੇ ਮੂੰਹ ਦੇ ਵਿੱਚੋਂ ਨਿਕਲਿਆ ਹੈ, ਉਹਦੇ ਵਿੱਚੋਂ ਵੀ, ਉਸ ਸ਼ਬਦ ਦੇ ਵਿੱਚੋਂ ਵੀ ਸਭ ਤੋਂ ਪਹਿਲੀ ਚੀਜ਼ ਆਪਾਂ ਬੋਲਦੇ ਹਾਂ ਵਰਨ। ਉਦੋਂ ਬਾਅਦ ਆਪਾਂ ਬੋਲਦੇ ਹਾਂ ਲਗਾ, ਉਦੋਂ ਬਾਅਦ ਬੋਲਦੇ ਹਾਂ ਲਗਾਖਰ। ਹੁਣ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ, ਧਿਆਨ ਦਿਓ। ਤੁਸੀਂ ਕਦੇ ਟਾਈਪ ਕਰਦੇ ਹੋਗੇ ਨਾ ਪੰਜਾਬੀ ਦੇ ਵਿੱਚ, ਕਿਸੇ ਨੂੰ ਮੈਸੇਜ ਟਾਈਪ ਕਰਦੇ ਹੋ ਤਾਂ ਤੁਸੀਂ ਦੇਖ ਲਿਓ ਕਦੇ ਵੀ, ਮੰਨ ਲਓ ਤੁਸੀਂ ਇੱਕ ਵਰਨ ਲਿਖਤਾ,
ਇਹ ਵਰਨ ਤੁਸੀਂ ਟਾਈਪ ਕਰਤਾ। ਉਦੋਂ ਬਾਅਦ 'ਚ ਤੁਸੀਂ ਇਹਦੇ ਤੇ ਆਹ ਟਿੱਪੀ ਲਾ ਦਿਓ, ਠੀਕ ਹੈ। ਫਿਰ ਤੁਹਾਡੇ ਤੋਂ ਆਹ ਮਾਤਰਾ ਨਹੀਂ ਲੱਗਣੀ ਥੱਲੜੀ, ਆਹ ਮਾਤਰਾ ਜਿਹੜੀ ਇਹ ਲੱਗੇਗੀ ਨਹੀਂ, ਇਹ ਸ਼ੋਅ ਨਹੀਂ ਹੋਵੇਗੀ। ਕਾਰਨ ਕੀ ਹੈ? ਇਹਦਾ ਹੈ ਕਾਰਨ, ਕਿਉਂਕਿ ਵਰਨ ਤੋਂ ਬਾਅਦ ਵਰਨ ਲਿਖਤਾ, ਉਸ ਤੋਂ ਤੁਰੰਤ ਬਾਅਦ ਤੁਹਾਨੂੰ ਮਾਤਰਾ ਥੱਲੇ ਪਹਿਲਾਂ ਲਾਉਣੀ ਪਵੇਗੀ, ਉਸ ਤੋਂ ਉਪਰੰਤ ਲੱਗੇਗਾ ਲਗਾਖਰ, ਜਿਹੜਾ ਲਗਾਖਰ ਹੈ। ਸੋ ਇਹ ਤਰੀਕਾ ਹੈ ਵਰਨ ਲਗਾਖਰ ਬੋਲਣ ਦਾ, ਤੇ ਜਿਹੜਾ ਸਾਡਾ ਬੋਲਣ ਦਾ ਤੇ ਲਿਖਣ ਦਾ ਵੀ ਤਰੀਕਾ ਇਹੀ ਹੈ। ਲਿਖਦੇ ਵੀ ਆਪਾਂ ਆਈ ਹਾਂ, ਸਭ ਤੋਂ ਪਹਿਲਾਂ ਅਸੀਂ ਅੱਖਰ ਨੂੰ ਵਰਨ ਨੂੰ ਲਿਖਣਾ ਹੈ, ਫਿਰ ਉਸ ਦੇ ਥੱਲੇ ਲਗਾਉਣੀ ਹੈ, ਤੇ ਉਸ ਤੋਂ ਬਾਅਦ ਲਗਾਖਰ ਲਗਾਉਣਾ ਹੈ। ਇਹੀ ਹੈ ਸਾਡੇ ਵਰਨ ਬੋਧ, ਇਹੀ ਹੈ ਵਰਨ ਬੋਧ ਚਾਹੀ ਕੁਛ ਹੈ। ਸੋ ਆਪਾਂ ਇੱਕ ਹੋਰ ਗੱਲ ਤੁਸੀਂ ਧਿਆਨ ਨਾਲ ਕਦੇ ਦੇਖੀ ਹੋਣੀ ਹੈ, ਸਾਡੀਆਂ ਲਗਾ ਮਾਤਰਾ ਨੂੰ ਜਦੋਂ ਆਪਾਂ ਗੌ ਦੇ ਨਾਲ, ਜਦੋਂ ਆਪਾਂ ਧਿਆਨ ਦੇ ਨਾਲ ਵੇਖਦੇ ਹਾਂ ਨਾ, ਸਾਡੇ ਸਾਹਮਣੇ ਨਾ ਇੱਕ ਗੱਲ ਆਉਂਦੀ ਹੈ। ਤੁਸੀਂ ਦੇਖਿਓ ਕਦੇ, ਤੁਸੀਂ ਕਦੇ ਨੋਟ ਕੀਤੀ ਹੈ ਜਿਹੜੀ ਸਿਹਾਰੀ ਦੀ ਮਾਤਰਾ ਉਹ ਦੇਖੋ ਅੱਖਰ ਤੋਂ ਪਹਿਲਾਂ ਹੁੰਦੀ ਹੈ ਨਾ। ਤੁਸੀਂ ਇਹ ਗੱਲ ਥੋੜ੍ਹੀ ਜਿਹੀ ਹੈ, ਬਰੀਕ ਹੈ, ਥੋੜ੍ਹੀ ਯਾਦ ਰੱਖਣ ਵਾਲੀ ਹੈ ਵੈਸੇ ਵੀ। ਸਿਹਾਰੀ ਹੈ ਜਿਹੜੀ, ਦੇਖੋ ਦੂਜੀਆਂ ਜਿਹੜੀਆਂ ਹੁਣ ਮੁਕਤੇ ਦੀ ਤਾਂ ਮਤਲਬ ਕੋਈ ਚਿੰਨ੍ਹ ਨਹੀਂ ਹੈਗਾ, ਕੰਨਾ ਜਿਹੜਾ ਉਹ ਅੱਖਰ ਦੇ ਮਗਰ ਲੱਗਾ ਹੋਇਆ ਹੈ ਨਾ। ਤੇ ਜਿਹੜੀ ਸਿਹਾਰੀ ਹੈ ਤੁਸੀਂ ਧਿਆਨ ਨਾਲ ਦੇਖੋ, ਆਹ ਦੇਖੋ ਅੱਖਰ ਤੋਂ ਪਹਿਲਾਂ ਲੱਗੀ ਹੋਈ ਹੈ। ਬਿਹਾਰੀ ਹੈ ਜਿਹੜੀ ਬਾਅਦ 'ਚ ਹੈ, ਇਸ ਤਰ੍ਹਾਂ ਕਰਕੇ। ਔਂਕੜ ਹੈ ਜਿਹੜਾ ਉਹ ਥੱਲੇ ਲੱਗਿਆ ਹੁੰਦਾ ਹੈ, ਔਂਕੜ ਤੇ ਦੁਲੈਂਕੜ। ਤੇ ਲਾਂ ਜਿਹੜੀ ਉਹ ਉੱਤੇ ਲੱਗੀ ਹੁੰਦੀ ਹੈ, ਆਹ ਦੇਖੋ ਉੱਪਰ ਹੁੰਦੀਆਂ ਨੇ ਦੋਵੇਂ। ਸੋ ਇਹ ਥੋੜ੍ਹਾ ਜਿਹਾ ਇਹਨਾਂ ਦਾ ਰੱਖਣ ਦਾ ਤਰੀਕਾ ਵੀ ਇਹ ਕਿੱਥੇ ਹੁੰਦੀਆਂ ਹਨ। ਜਿਵੇਂ ਲਾਂ ਤੇ ਦਲਾਂ ਦੋਵੇਂ ਉੱਪਰ ਹੁੰਦੀਆਂ ਹਨ, ਉਸ ਤੋਂ ਬਾਅਦ ਹੋੜਾ ਤੇ ਕਨੌੜਾ ਵੀ ਦੋਵੇਂ ਇਹ ਵੀ ਉੱਪਰ ਹੁੰਦੇ ਹਨ, ਇਸ ਤਰ੍ਹਾਂ। ਇਹ ਵੀ ਥੋੜ੍ਹਾ ਜਿਹਾ ਧਿਆਨ ਰੱਖਣ ਵਾਲੀ ਗੱਲ ਹੈ। ਆ ਦੇਖੋ ਤੁਸੀਂ ਇੱਥੇ ਵੇਖੋ, ਜਿਹੜੀ ਸਿਹਾਰੀ ਹੈ ਜਿਹੜੀ ਉਹ ਇੱਕ ਮਾਤਰ ਹੀ ਹੈ ਜਿਹੜੀ ਪਹਿਲਾਂ ਲੱਗੀ ਹੈ ਅੱਖਰ ਤੋਂ, ਜਿਹੜੀ ਵਰਨ ਤੋਂ ਪਹਿਲਾਂ ਆ ਜਾਂਦੀ ਹੈ। ਸੋ ਇਹ ਵੀ ਇੱਕ ਥੋੜ੍ਹੀ ਜਿਹੀ ਬਰੀਕ ਜਿਹੀ ਗੱਲ ਸੀ, ਮੈਂ ਸੋਚਿਆ ਦੱਸ ਦੇਵਾਂ ਤੁਹਾਨੂੰ। ਹੁਣ ਆਪਾਂ ਗੱਲ ਕਰੀਏ ਜੀ ਸਾਡੀਆਂ ਧੁਨੀਆਂ ਦਾ ਵਰਗੀਕਰਨ। ਧੁਨੀਆਂ ਦੇ ਵਰਗੀਕਰਨ ਤੋਂ ਪਹਿਲਾਂ ਇੱਕ ਤੁਸੀਂ ਹੋਰ ਗੱਲ ਧਿਆਨ ਦੇ ਵਿੱਚ ਰੱਖਣੀ ਹੈ, ਨੋਟ ਲਾ ਕੇ ਨਾ ਤੁਸੀਂ ਇੱਕ ਗੱਲ ਜ਼ਰੂਰ ਲਿਖ ਲਿਓ। ਪੰਜਾਬੀ ਭਾਸ਼ਾ ਦੇ ਵਿੱਚ ਨੰਨਾ, ਨੰਨਾ, ਅਣਾਣਾ, ਅੜਾੜਾ ਅਤੇ ਲੱਲੇ ਦੇ ਪੈਰ 'ਚ ਬਿੰਦੀ, ਲੈ ਦੀ ਤਾਲਵੀ ਆਵਾਜ਼ ਵਾਲਾ ਜਿਹੜਾ ਚਿੰਨ੍ਹ ਹੈ, ਲੱਲੇ ਦੇ ਪੈਰ 'ਚ ਬਿੰਦੀ, ਲੜਾ, ਇਹ ਜਿਹੜੇ ਨੰਗਾ, ਨੰਨਾ, ਅੜਾਣਾ, ਅੜਾੜਾ ਤੇ ਲੱਲੇ ਦੇ ਪੈਰ 'ਚ ਬਿੰਦੀ, ਇਹਨਾਂ ਵਰਨਾਂ ਤੋਂ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ। ਆਹ ਜਿਹੜੇ ਵਰਨ ਹੈ ਨਾ, ਇਹਨਾਂ ਤੋਂ ਅਜੋਕੀ, ਅੱਜ ਦੀ ਪੰਜਾਬੀ ਦੇ ਵਿੱਚ ਗੱਲ ਕਰਦਾ ਮੈਂ, ਅੱਜ ਦੀ ਸਾਡੀ ਵਰਤਮਾਨ ਅਜੋਕੀ ਪੰਜਾਬੀ, ਅਜੋਕੀ ਮਤਲਬ ਅੱਜ ਦੀ ਸਾਡੀ ਅੱਜ ਦੀ ਵਰਤਮਾਨ ਦੀ ਪੰਜਾਬੀ ਦੇ ਵਿੱਚ, ਪੰਜਾਬੀ ਵਿੱਚ ਤੁਸੀਂ ਅੱਗੇ ਆਪੇ ਲਿਖ ਲਿਓ ਕਿ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਇਹਨਾਂ ਅੱਖਰਾਂ ਤੋਂ। ਤੁਸੀਂ ਹੁਣ ਸੋਚੋਗੇ ਵੀ ਆਪਾਂ ਕਈ ਵਾਰੀ ਨਾ, ਆਪਾਂ ਇੱਕ ਨਾ ਸ਼ਬਦ ਤੁਸੀਂ ਸੁਣਿਆ ਹੋਣਾ, ਕਿਸੇ ਨੂੰ ਰੋਕਣ ਵਾਸਤੇ ਇੱਕ ਦੇਸੀ ਭਾਸ਼ਾ ਦਾ ਸ਼ਬਦ ਹੈ ਅੜਿੱਕਾ ਅੜਾਉਣਾ, ਹੈ ਨਾ। ਬੋਲਣ ਦੇ ਵਿੱਚ ਐਂ ਲੱਗਦਾ ਵੀ ਕਿਤੇ ਰਾੜੇ ਤੋਂ ਸ਼ੁਰੂ ਹੋ ਗਿਆ ਉਹ ਸ਼ਬਦ, ਪਰ ਨਹੀਂ, ਅਜਿਹਾ ਨਹੀਂ ਹੈ। ਉਹ ਜਿਹੜਾ ਉਹਦਾ ਸਹੀ ਸਰੂਪ ਹੈ ਅੜਿੱਕਾ, ਇਸ ਤਰ੍ਹਾਂ ਕਰਕੇ ਹੈ। ਸੋ ਇਹ ਵੀ ਤੁਸੀਂ ਦੇਖ ਲਿਓ। ਜਿਹੜਾ ਬੋਲਣ ਦੇ ਵਿੱਚ ਨਾ ਕਈ ਵਾਰੀ ਸਾਡੇ, ਕਿਉਂਕਿ ਅਸੀਂ ਸਵਰਾਂ ਦਾ ਬਹੁਤਾ ਖਿਆਲ ਨਹੀਂ ਰੱਖਦੇ ਬੋਲਣ ਲੱਗਿਆਂ ਅਸੀਂ ਵਿਆਕਰਣ ਨਿਯਮਾਂ ਦੀ ਖੁੱਲ੍ਹ ਕਰ ਜਾਂਦੇ ਹਾਂ, ਵਿਆਕਰਣ ਨਿਯਮਾਂ ਨੂੰ ਆਪਾਂ ਇੱਕ ਪਾਸੇ ਰੱਖ ਦਿੰਦੇ ਹਾਂ ਬੋਲਣ ਲੱਗਿਆਂ। ਇਸ ਕਰਕੇ ਧਿਆਨ ਰੱਖਿਓ ਵੀ ਕਈ ਵਾਰੀ ਇਹ ਸੋਚੋ ਤੁਸੀਂ ਵੀ ਆਹ ਦੇਖੋ ਜੀ ਸਰ, ਤੁਸੀਂ ਇਹ ਲੈ ਕੇ ਆ ਜਾਓ, ਇਹ ਸਾਰਾ ਰਾੜੇ ਤੋਂ ਸ਼ੁਰੂ ਤਾਂ ਹੋਈ ਜਾਂਦਾ, ਪਰ ਅਜਿਹਾ ਨਹੀਂ ਹੈ। ਮਤਲਬ ਕਿਸੇ ਨੂੰ ਰੋਕਣਾ, ਮਤਲਬ ਸਟਾਪ ਕਰ ਦੇਣਾ, ਅੜਿੱਕਾ, ਕਿਸੇ ਦੇ ਕੰਮ 'ਚ ਬਾਧਾ ਪਾ ਦੇਣੀ, ਅੜਿੱਕਾ ਉਹਦੇ ਵਾਸਤੇ ਸ਼ਬਦ। ਸੋ ਇੱਥੇ ਕੀ ਆ, ਤੁਸੀਂ ਇਹ ਗੱਲ ਨੋਟ ਯਾਦ ਰੱਖਣੀ ਹੈ ਕਿ ਨੰਗਾ, ਨੰਨਾ, ਅੜਾਣਾ, ਅੜਾੜਾ ਤੇ ਲੱਲੇ ਪੈਰ ਬਿੰਦੀ, ਇਹਨਾਂ 5 ਵਰਨਾਂ ਤੋਂ ਅੱਜ ਦੀ ਪੰਜਾਬੀ ਦੇ ਵਿੱਚ ਕੋਈ ਵੀ ਸ਼ਬਦ ਹੈ ਜਿਹੜਾ ਉਹ ਸ਼ੁਰੂ ਨਹੀਂ ਹੁੰਦਾ। ਮਤਲਬ ਸ਼ਬਦਾਂ ਦੇ ਸ਼ੁਰੂ ਵਿੱਚ ਨਹੀਂ ਆਉਂਦੇ, ਬਾਅਦ 'ਚ ਜਿੱਥੇ ਮਰਜ਼ੀ ਆ ਜਾਣ, ਸ਼ੁਰੂ ਦੇ ਵਿੱਚ ਨਹੀਂ ਆਉਂਦੇ। ਅੱਛਾ, ਹੁਣ ਆਪਾਂ ਗੱਲ ਕਰੀਏ ਜੀ, ਹੁਣ ਆਪਾਂ ਪੰਜਾਬੀ ਦੀਆਂ ਧੁਨੀਆਂ ਦਾ ਵਰਗੀਕਰਨ ਕਰਦੇ ਹਾਂ ਜੀ। ਉਹ ਆਪਾਂ ਵਰਨਾਂ ਦਾ ਵਰਗੀਕਰਨ ਕੀਤਾ ਸੀ, ਇੱਥੇ ਹੈ ਧੁਨੀਆਂ ਦਾ ਵਰਗੀਕਰਨ। ਸੋ ਧੁਨੀਆਂ ਦਾ ਵਰਗੀਕਰਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਚਾਰਨ ਵਿਧੀ, ਉਚਾਰਨ ਢੰਗ ਜਾਂ ਉਚਾਰਨ ਤਰੀਕੇ ਦੇ ਆਧਾਰ 'ਤੇ ਆਪਾਂ ਕੀ ਕਰਦੇ ਹਾਂ
ਕਿ ਦੋ ਧੁਨੀਆਂ ਨੂੰ, ਸਾਡੀਆਂ ਧੁਨੀਆਂ ਦਾ ਵਰਗੀਕਰਨ ਦੇ ਵਿੱਚ ਦੋ ਤਰ੍ਹਾਂ ਦੀਆਂ ਧੁਨੀਆਂ। ਇੱਕ ਦਾ ਨਾਮ ਆਪਾਂ ਲਿਖ ਦਿੰਦੇ ਆ ਖੰਡੀ ਧੁਨੀਆਂ, ਖੰਡ ਖਾਣ ਵਾਲੀ ਖੰਡ ਨਹੀਂ, ਖੰਡੀ ਧੁਨੀਆਂ। ਅੱਛਾ ਜੀ, ਠੀਕ ਹੈ। ਅੱਛਾ, ਆਪਾਂ ਦੂਸਰੀਆਂ ਧੁਨੀਆਂ ਲਿਖ ਦਿੰਦੇ ਆ ਜੀ ਖੰਡੀ ਦਾ ਵਿਰੋਧੀ ਅਖੰਡੀ, ਅਖੰਡੀ ਧੁਨੀਆਂ। ਠੀਕ ਹੈ ਜੀ। ਅੱਛਾ, ਸਵਰ ਤੇ ਵਿਅੰਜਨ ਇਹ ਦੋਵੇਂ ਆ ਖੰਡੀ ਧੁਨੀਆਂ। ਹੁਣ ਖੰਡੀ ਧੁਨੀਆਂ ਸੁਣ ਲਓ ਵੀ ਖੰਡੀ ਧੁਨੀਆਂ ਕੀ ਹੁੰਦੀਆਂ। ਖੰਡੀ ਧੁਨੀਆਂ ਪੰਜਾਬੀ ਦੀਆਂ ਉਹ ਧੁਨੀਆਂ ਹਨ ਜੋ ਬਿਨਾਂ ਮਤਲਬ ਕੀ ਹੈ ਕਿ ਇਹਨਾਂ ਦੇ ਵਿੱਚ ਖੰਡੀ ਧੁਨੀਆਂ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਅਸੀਂ ਇੱਕ ਸ਼ਬਦ ਦੇ ਵਿੱਚ ਅਲੱਗ-ਅਲੱਗ ਕਰਕੇ ਉਹਨਾਂ ਦੇ ਖੰਡ ਕਰਕੇ ਆਪਾਂ ਉਹਨਾਂ ਨੂੰ ਵੇਖ ਸਕਦੇ ਹਾਂ। ਦੂਸਰੀ ਗੱਲ, ਦੂਸਰੀ ਪਰਿਭਾਸ਼ਾ ਅਗਰ ਮੈਂ ਦੂਜੇ ਤਰੀਕੇ ਨਾਲ ਬੋਲਾਂ ਕਿ ਜਿਹੜੀਆਂ ਧੁਨੀਆਂ ਇੱਕ ਸ਼ਬਦ ਦੇ ਵਿੱਚ ਸੁਤੰਤਰ ਰੂਪ ਦੇ ਵਿੱਚ ਵਿਚਰ ਸਕਦੀਆਂ ਹਨ, ਜਿਨ੍ਹਾਂ ਨੂੰ ਆਪਾਂ ਖੰਡ, ਜਿਨ੍ਹਾਂ ਦੇ ਆਪਾਂ ਟੁਕੜੇ ਕਰ ਸਕਦੇ ਹਾਂ, ਉਹਨਾਂ ਨੂੰ ਕਿਹਾ ਜਾਂਦਾ ਖੰਡੀ ਧੁਨੀਆਂ। ਸਵਰ ਤੇ ਵਿਅੰਜਨ ਧੁਨੀਆਂ ਇਹ ਦੋਨੋਂ ਧੁਨੀਆਂ ਖੰਡੀ ਧੁਨੀਆਂ ਹਨ। ਉਦਾਹਰਣ ਇੱਕ ਤੁਹਾਨੂੰ ਦੇਵਾਂਗਾ। ਸੋ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ, ਵਿਅੰਜਨ ਧੁਨੀਆਂ ਇਹ ਦੋਨੋਂ ਹੈ ਜੀ। ਸਵਰ ਧੁਨੀਆਂ ਨੇ ਸਾਡੀਆਂ 10, ਇਹ ਤੁਸੀਂ ਧਿਆਨ ਦੇ ਵਿੱਚ ਰੱਖਿਓ। ਸੋ ਵਿਅੰਜਨ ਧੁਨੀਆਂ ਦੀ ਜੇਕਰ ਗੱਲ ਕਰੀਏ ਆਪਾਂ, ਇਹਨਾਂ ਦੇ ਅੱਗੇ ਆਪਾਂ ਇਹਨਾਂ ਨੂੰ ਵੰਡਾਂਗੇ ਪਾਰਟਾਂ ਦੇ ਵਿੱਚ, ਕਿਵੇਂ ਸਾਡੇ ਸਾਹਮਣੇ ਇਹ ਵੀ ਆਉਣਗੀਆਂ। ਸੋ ਫਿਲਹਾਲ ਆਪਾਂ ਗੱਲ ਕਰਦੇ ਹਾਂ ਕਿ ਇਹ ਸਰ ਖੰਡੀ ਧੁਨੀ ਕਿਵੇਂ ਹੋਈ ਫਿਰ ਸਵਰ ਤੇ ਵਿਅੰਜਨ। ਅੱਛਾ, ਮੈਂ ਇੱਕ ਉਦਾਹਰਣ ਲੈਣਾ ਹਾਂ। ਸ਼ਬਦ ਹੈ ਜੀ ਪੁਸਤਕ, ਬੁੱਕ। ਇੱਥੇ ਕੀ ਹੈ, ਮੈਂ ਇਸ ਦੇ ਖੰਡ ਕਰ ਦਿੱਤੇ, ਇਸ ਦੇ। ਸੋ ਮੈਂ ਕੀ ਹੋਇਆ, ਪੱਪਾ ਅੱਖਰ ਇੱਕ ਮੇਰੇ ਸਾਹਮਣੇ ਆ ਗਿਆ। ਉਸ ਤੋਂ ਉਪਰੰਤ ਊੜੇ ਦੇ ਥੱਲੇ ਔਂਕੜ ਆ ਗਿਆ, ਕਿਉਂਕਿ ਊੜੇ ਦੀ ਮਾਤਰਾ ਲੱਗੀ ਹੋਈ ਹੈ ਇਸ ਨੂੰ, ਊੜੇ ਔਂਕੜ ਦੀ। ਉਸ ਤੋਂ ਬਾਅਦ ਸੱਸਾ, ਤੱਤਾ ਤੇ ਕੱਕਾ ਮੈਂ ਲਿਖ ਦਿੱਤੇ। ਅੱਛਾ, ਹੁਣ ਮੈਂ ਇਹਨਾਂ ਸਾਰੇ ਸਵਰ ਤੇ ਵਿਅੰਜਨ ਖੰਡੀ ਧੁਨੀਆਂ ਹਨ, ਮੈਂ ਇਹਨਾਂ ਸਾਰਿਆਂ ਨੂੰ ਅਲੱਗ-ਅਲੱਗ ਕਰਤਾ। ਹੁਣ ਜਦੋਂ ਆਪਾਂ ਅਖੰਡੀ ਧੁਨੀਆਂ ਦੀ ਗੱਲ ਕਰਾਂਗੇ ਨਾ, ਉਦੋਂ ਖੰਡੀ ਧੁਨੀਆਂ ਦਾ ਜ਼ਿਆਦਾ ਸਮਝ ਆਉਂਦਾ ਹੈ। ਹੁਣ ਅਖੰਡੀ ਧੁਨੀਆਂ ਫਿਰ ਉਹ ਹੋਣਗੀਆਂ ਜਿਨ੍ਹਾਂ ਨੂੰ ਆਪਾਂ ਅਲੱਗ ਕਰਕੇ ਨਹੀਂ ਦੇਖ ਸਕਦੇ। ਮਤਲਬ ਕੀ ਹੈ ਕਿ ਜਿਨ੍ਹਾਂ ਨੂੰ ਆਪਣੇ ਸ਼ਬਦਾਂ ਨਾਲੋਂ, ਆਪਣੇ ਅੱਖਰਾਂ ਨਾਲੋਂ, ਆਪਣੇ ਮੂਲ ਸੋਮੇ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ। ਜਿਹਦੇ ਵਿੱਚ ਆਪਾਂ ਜਿਵੇਂ ਕਿ ਨਾਸਿਕਤਾ, ਨਾਸਿਕਤਾ, ਬਲ, ਸੁਰ, ਤਾਨ, ਸੰਗਮ, ਇਸ ਤਰ੍ਹਾਂ ਕਰਕੇ ਨਹੀਂ ਇਹ ਧੁਨੀਆਂ। ਆਪਾਂ ਬਸ ਸਿਰਫ ਨਾਮ ਇਹਨਾਂ ਦੇ ਯਾਦ ਰੱਖਣੇ ਨੇ ਕਿ ਇਹ ਖੰਡੀ ਧੁਨੀਆਂ ਨੇ ਸਾਡੀਆਂ। ਅੱਛਾ, ਹੁਣ ਆਪਾਂ ਦੇਖਦੇ ਹਾਂ ਕਿ ਨਾਸਿਕਤਾ ਵਾਸਤੇ ਦੋ ਧੁਨੀਆਂ, ਆਪਾਂ ਦੋ ਅਖੰਡੀ ਧੁਨੀਆਂ ਕੰਮ ਦੇ ਵਿੱਚ ਲੈਂਦੇ ਆ। ਇੱਕ ਹੈ ਸਾਡੀ ਟਿੱਪੀ, ਇੱਕ ਹੈ ਸਾਡੀ ਬਿੰਦੀ। ਹੁਣ ਇੱਥੇ ਧਿਆਨ ਰੱਖਿਓ ਕਿ ਟਿੱਪੀ ਤੇ ਬਿੰਦੀ ਦੋਵੇਂ ਲਗਾਖਰ ਦੇ ਵਿੱਚ ਵੀ ਆਉਂਦੀਆਂ ਹਨ। ਲਗਾਖਰ ਦੇ ਵਿੱਚ ਟਿੱਪੀ, ਬਿੰਦੀ ਤੇ ਅਧਕ ਲਗਾਖਰ ਦਾ ਵੀ ਹਿੱਸਾ ਹਨ ਤੇ ਅਖੰਡੀ ਧੁਨੀਆਂ ਦਾ ਵੀ ਹਿੱਸਾ ਹਨ। ਅੱਛਾ, ਹੁਣ ਦੇਖੋ, ਹੁਣ ਸ਼ਬਦ ਹੈ ਜਿਹੜਾ ਮੰਨ ਲਓ ਇਹੀ ਸ਼ਬਦ ਆਪਾਂ ਲਿਖ ਲਈਏ, ਖੰਡੀ ਸ਼ਬਦ ਲਿਖ ਲਈਏ। ਹੁਣ ਮੈਂ ਇਹਨੂੰ ਜਦੋਂ ਇਹਦੇ ਟੁਕੜੇ ਕੀਤੇ ਖੰਡ ਸ਼ਬਦ ਦੇ, ਤਾਂ ਮੈਂ ਇਸ ਨੂੰ ਖੱਖਾ ਪਲੱਸ ਐੜੇ ਦੇ ਉੱਪਰ, ਕਿਉਂਕਿ ਐੜਾ ਮੁਕਤੇ ਦੇ ਰੂਪ ਵਿੱਚ ਐੜਾ ਆਉਂਦਾ ਹੈ, ਸੋ ਮੁਕਤੇ ਦੇ ਰੂਪ ਵਿੱਚ ਉਸ ਤੋਂ ਉਪਰੰਤ ਮੈਂ ਡੈ ਪਾਤਾ। ਡੱਡਾ ਸ਼ਬਦ ਹੈ ਜਿਹੜਾ ਸਾਡਾ। ਹੁਣ ਤੁਸੀਂ ਇੱਥੇ ਦੇਖ ਲਓ, ਇਹ ਜਿਹੜੀ ਟਿੱਪੀ ਹੈ ਇਹ ਸੁਤੰਤਰ ਰੂਪ ਦੇ ਵਿੱਚ ਨਹੀਂ ਆਈ, ਇਹ ਇਕੱਲੀ ਕਿਤੇ ਨਹੀਂ ਆ ਸਕਦੀ। ਇੱਥੇ ਤੁਸੀਂ ਦੇਖ ਲਓ, ਆਹ ਦੇਖੋ ਸਵਰ ਤੇ ਵਿਅੰਜਨ ਦੋਵੇਂ ਵੇਖ ਲਓ ਸੁਤੰਤਰ ਤੁਰੇ ਫਿਰਦੇ ਆ। ਵਧੀਆ, ਆਪਾਂ ਵਧੀਆ ਇਹਨਾਂ ਨੂੰ ਦੇਖ ਲਿਆ ਪੁਸਤਕ ਸ਼ਬਦ ਦੇ ਵਿੱਚ, ਪਰ ਇੱਥੇ ਦੇਖ ਲਓ ਇਹ ਸਵਰ ਦੇ ਨਾਲ ਹੀ ਆਈ ਹੈ। ਸੋ ਇਹ ਸਵਰ ਦੇ ਨਾਲ ਹੀ ਹੁੰਦੀਆਂ ਹਨ। ਇਹਨਾਂ ਦਾ ਤੁਸੀਂ ਧਿਆਨ ਰੱਖਣਾ ਕਿ ਇਹ ਜਿਹੜੀਆਂ, ਇੱਕ ਹੋਰ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਬਿੰਦੀ ਤੇ ਟਿੱਪੀ ਜਿਹੜੀਆਂ ਹਨ, ਜਾਂ ਲਗਾਖਰ ਜਿਹੜੇ ਹਨ, ਬਿੰਦੀ, ਟਿੱਪੀ, ਅਧਕ, ਇਹ ਸਵਰਾਂ ਦੇ ਨਾਲ ਹੀ ਆਉਂਦੇ ਹਨ, ਵਿਅੰਜਨਾਂ ਦੇ ਨਾਲ ਨਹੀਂ ਹੁੰਦੇ। ਆਹ ਸ਼ਬਦ ਤੁਸੀਂ ਵੇਖ ਲਓ, ਤੁਹਾਡੇ ਸਾਹਮਣੇ ਉਦਾਹਰਣ ਹੈ। ਇਸ ਤਰ੍ਹਾਂ ਕਰਕੇ ਤੁਸੀਂ ਕੋਈ ਵੀ ਸ਼ਬਦ, ਮੰਨ ਲਓ ਚੰਗਾ ਸ਼ਬਦ ਲਿਖਿਆ ਤੁਹਾਡੇ ਸਾਹਮਣੇ, ਤੁਸੀਂ ਕਹੋਗੇ ਸਾਰੇ ਤਾਂ ਵਿਅੰਜਨ ਦੇ ਨਾਲ ਆਈ ਤਾਂ ਜਾਂਦੀ ਹੈ। ਨਹੀਂ ਜੀ, ਇਹਦਾ ਜਦੋਂ ਆਪਾਂ ਟੁਕੜਾ ਕਰਾਂਗੇ, ਐਕਚੁਅਲੀ ਦੇ ਵਿੱਚ ਇਸ ਤਰ੍ਹਾਂ ਹੈ, ਇਹ ਗੱਗਾ ਫਿਰ ਐੜੇ ਨੂੰ ਕੰਨਾ, ਇਹਦਾ ਟੁਕੜਾ ਐਵੇਂ ਹੋਊਗਾ,
ਇਸ ਦਾ ਚੰਗਾ ਸ਼ਬਦ ਦਾ ਮੈਂ ਇੱਥੇ ਲਿਖ ਦਿੰਦਾ ਇਸ ਨੂੰ। ਮੰਨ ਲਓ ਚੰਗਾ ਸ਼ਬਦ ਹੈ ਤੁਹਾਡੇ ਸਾਹਮਣੇ, ਇਹਦੇ ਵਿੱਚ ਕੀ ਹੋਵੇਗਾ, ਅਗਰ ਮੈਂ ਇਸ ਦੇ ਖੰਡ ਕਰਾਂ, ਟੁਕੜੇ ਕਰਾਂ ਤਾਂ ਇਸ ਤਰ੍ਹਾਂ ਹੋਣਗੇ। ਚੱਚਾ, ਉਸ ਤੋਂ ਬਾਅਦ ਐੜੇ ਮੁਕਤੇ ਨੂੰ ਲੱਗੇਗੀ ਟਿੱਪੀ, ਉਸ ਤੋਂ ਉਪਰੰਤ ਗੱਗਾ ਤੇ ਉਸ ਤੋਂ ਉਪਰੰਤ ਐੜੇ ਨੂੰ ਕਰਨਾ। ਹੁਣ ਦੇਖ ਲਓ ਜੀ ਆ ਟਿੱਪੀ ਕਿੱਥੇ ਚੱਚੇ ਦੇ ਨਾਲ ਲੱਗੀ ਹੈ, ਇਹ ਤਾਂ ਵੇਖੋ ਸਵਰ ਦੇ ਨਾਲ ਲੱਗੀ ਹੈ, ਵਿਅੰਜਨ ਦੇ ਨਾਲ ਥੋੜਾ ਲੱਗੀ ਹੈ, ਸਵਰ ਦੇ ਨਾਲ ਲੱਗੀ ਪਈ ਆ। ਦੇਖ ਲਓ ਇਸ ਤਰ੍ਹਾਂ ਕਰਕੇ ਤੁਸੀਂ ਕਿਸੇ ਵੀ ਸ਼ਬਦ ਨੂੰ ਦੇਖ ਲਿਓ ਜਿਹਦੇ ਨਾਲ ਟਿੱਪੀ ਹੋਵੇ, ਭਾਵੇਂ ਬਿੰਦੀ ਹੋਵੇ, ਜਦੋਂ ਉਸ ਦੇ ਤੁਸੀਂ ਖੰਡ ਕਰੋਗੇ, ਜਦੋਂ ਉਹਦੇ ਤੁਸੀਂ ਟੁਕੜੇ ਕਰੋਗੇ ਤਾਂ ਉਦੋਂ ਤੁਹਾਡੇ ਸਾਹਮਣੇ ਇੱਕ ਗੱਲ ਨਿਕਲ ਕੇ ਆਊਗੀ। ਉਹ ਕੀ ਹੈ, ਨੋਟ ਪਾ ਕੇ ਲਿਖ ਲਿਓ ਗੱਲ ਨੂੰ, ਕਿ ਜਿਹੜੇ ਲਗਾਖਰ ਹਨ ਉਹ ਸਵਰਾਂ ਦੇ ਨਾਲ ਵਰਤੇ ਜਾਂਦੇ ਹਨ, ਉਹਨਾਂ ਦਾ ਸੰਬੰਧ ਸਵਰਾਂ ਦੇ ਨਾਲ ਹੁੰਦਾ ਹੈ। ਇਹ ਗੱਲ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਹੈ। ਆਹ ਦੇਖ ਲਓ ਉਦਾਹਰਣ ਤੁਹਾਡੇ ਸਾਹਮਣੇ ਮੈਂ ਲਿਖਤਾ ਹੈ। ਇਸ ਤਰ੍ਹਾਂ ਦੇ ਕੋਈ ਵੀ ਉਦਾਹਰਣ ਕਿਤੋਂ ਵੀ ਚੱਕ ਲਿਓ ਤੁਸੀਂ, ਬਸ ਉਹ ਜਦੋਂ ਤੁਸੀਂ ਬਣਾਓਗੇ ਤੇ ਉਦੋਂ ਉਹ ਜਿਹੜੇ ਮਤਲਬ ਜੋ ਲਗਾਖਰ ਨੇ ਸਾਡੇ ਬਿੰਦੀ ਜਾਂ ਟਿੱਪੀ ਜਾਂ ਅਧਕ, ਜਿਵੇਂ ਕਿ ਉਦਾਹਰਣ ਵਾਸਤੇ ਗਾਂ ਸ਼ਬਦ ਹੈ ਸਾਡਾ, ਗਾਂ ਸ਼ਬਦ ਹੁਣ ਇਹ 'ਤੇ ਬਿੰਦੀ ਹੈ, ਤੁਸੀਂ ਕਹੋਗੇ ਸਰ ਇਹ ਤਾਂ ਬਿੰਦੀ ਤੋਂ ਉੱਪਰ ਇਹਦੇ ਵਿਅੰਜਨ ਦੀ ਲੱਗੀ ਪਈ ਹੈ। ਨਾ ਜੀ, ਇਹਦੇ ਕਰੋ ਟੁਕੜੇ, ਜਦੋਂ ਉਹਨੂੰ ਟੋਟੇ ਕਰੋਗੇ ਤੇ ਐੜੇ ਨੂੰ ਕਰਨਾ। ਆਹ ਤਾਂ ਹੋ ਗਿਆ ਗਾ, ਉੱਪਰ ਲਾਤੀ ਬਿੰਦੀ। ਹੁਣ ਦੱਸੋ ਬਿੰਦੀ ਕਿਹਦੇ ਲੱਗੀ ਹੈ, ਸਵਰ ਦੇ ਲੱਗੀ ਹੈ ਜੀ, ਸਵਰ ਦੇ ਲੱਗੀ ਹੈ। ਸਵਰ ਦੇ ਨਾਲ ਇੱਕ ਲੱਗ ਕੰਨੇ ਦੀ ਮਾਤਰਾ ਲੱਗੀ ਹੈ, ਉਸ ਤੋਂ ਉਪਰੰਤ ਉੱਪਰ ਲਗਾਖਰ ਲੱਗਿਆ। ਇਹ ਗੱਲ ਤੁਸੀਂ ਖਾਸ ਧਿਆਨ ਦੇ ਵਿੱਚ ਰੱਖਣੀ ਹੈ। ਧੁਨੀਆਂ ਦੇ ਵਰਗੀਕਰਨ ਦੇ ਵਿੱਚ ਆਪਾਂ ਪੜ੍ਹ ਰਹੇ ਹਾਂ ਖੰਡੀ ਧੁਨੀਆਂ, ਜਿਹਦੇ ਵਿੱਚ ਸਵਰ ਧੁਨੀਆਂ, ਫਿਰ ਵਿਅੰਜਨ ਧੁਨੀਆਂ ਤੇ ਅਖੰਡੀ ਧੁਨੀਆਂ, ਨਾਸਿਕਤਾ, ਬਲ, ਸੁਰ, ਤਾਨ, ਸੰਗਮ, ਇਹ ਸਾਡੀਆਂ ਨੇ ਜੀ ਅਖੰਡੀ ਧੁਨੀਆਂ। ਹੁਣ ਗੱਲ ਕਰਦੇ ਹਾਂ ਜੀ ਸਾਡੀਆਂ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਦੀ। ਵਿਅੰਜਨ ਧੁਨੀਆਂ ਦੇ ਵੀ ਅੱਗੇ ਹੁੰਦਾ ਹੈ ਵੰਡ, ਇੱਕ ਤਾਂ ਹੁੰਦੀ ਹੈ ਉਚਾਰਨ ਸਥਾਨ ਦੇ ਆਧਾਰ ਤੇ, ਇੱਕ ਹੁੰਦੀ ਹੈ ਉਚਾਰਨ ਵਿਧੀ ਦੇ ਆਧਾਰ ਤੇ। ਇੱਕ ਤਾਂ ਸਾਡੀ ਹੈ ਜੀ 1 ਨੰਬਰ ਵੰਡ ਹੈ ਉਚਾਰਨ ਸਥਾਨ, ਇੱਕ ਹੈ ਜੀ ਸਾਡੀ ਉਚਾਰਨ ਵਿਧੀ। ਹਾਂਜੀ, ਉਚਾਰਨ ਵਿਧੀ, ਉਚਾਰਨ ਕਰਨ ਦਾ ਤਰੀਕਾ। ਅੱਛਾ, ਹੁਣ ਇੱਥੇ ਦੇਖ ਲਓ ਖੰਡੀ ਧੁਨੀਆਂ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ ਕਿ ਖੰਡੀ ਧੁਨੀਆਂ ਉਹ ਧੁਨੀਆਂ ਹਨ ਜੋ ਕਿਸੇ ਸ਼ਬਦ ਵਿੱਚ ਸੁਤੰਤਰ ਰੂਪ ਵਿੱਚ ਵਿਚਰ ਸਕਦੀਆਂ ਹਨ। ਇੱਕ ਗੱਲ। ਦੂਸਰੀ ਗੱਲ ਕੀ ਹੈ ਕਿ ਆਪਾਂ ਜਿਸ ਨੂੰ ਇੱਕ ਸ਼ਬਦ ਵਿੱਚੋਂ ਵੱਖ-ਵੱਖ ਕਰਕੇ ਖੰਡ-ਖੰਡ ਕਰਕੇ ਵੇਖ ਸਕਦੇ ਹਾਂ, ਉਹਨਾਂ ਨੂੰ ਕਿਹਾ ਜਾਂਦਾ ਖੰਡੀ ਧੁਨੀਆਂ। ਸਵਰ ਤੇ ਵਿਅੰਜਨ ਦੋਨੋਂ ਧੁਨੀਆਂ ਖੰਡੀ ਧੁਨੀਆਂ ਹਨ। ਹੁਣ ਸੁਣ ਲਓ ਜੀ ਸਵਰ ਧੁਨੀਆਂ ਦੀ ਪਰਿਭਾਸ਼ਾ। ਸਵਰ ਧੁਨੀਆਂ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਸਾਡੇ ਮੂੰਹ ਦੀ ਹਵਾ ਅਰੋਕ ਗਤੀ ਦੇ ਨਾਲ, ਮਤਲਬ ਬੇਰੋਕ ਹੋ ਕੇ ਮੂੰਹ ਚੋਂ ਬਾਹਰ ਨਿਕਲੇ, ਬਿਨਾਂ ਕਿਸੇ ਰੁਕਾਵਟ ਤੇ। ਸਾਡੇ ਅੰਦਰੋਂ ਜਿਹੜੇ ਸਾਹ, ਜਿਹੜੀ ਹਵਾ ਹੈ ਜਾਂ ਸਾਹ ਹੈ ਸਾਡਾ, ਉਹ ਬਿਨਾਂ ਕਿਸੇ ਰੋਕ ਟੋਕ ਦੇ ਸਿੱਧਾ ਬਾਹਰ ਨਿਕਲੇ, ਉਹਨਾਂ ਨੂੰ ਕਹਿੰਦੇ ਸਵਰ ਧੁਨੀਆਂ। ਧਿਆਨ ਰੱਖਿਓ, ਸਵਰ ਕਿਹਨੂੰ ਕਹਿੰਦੇ ਨੇ? ਸਵਰ ਉਹ ਹੁੰਦੇ ਹਨ ਜੋ ਬਿਨਾਂ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਦੇ ਬੋਲੇ ਜਾਣ, ਉਹਨਾਂ ਨੂੰ ਸਵਰ ਕਿਹਾ ਜਾਂਦਾ ਹੈ। ਸਵਰ ਧੁਨੀਆਂ ਕਿਹੜੀਆਂ ਹਨ? ਜਿਨ੍ਹਾਂ ਨੂੰ ਬੋਲਣ ਵੇਲੇ ਸਾਡੇ ਮੂੰਹ ਦੀ ਜੋ ਹਵਾ ਹੈ, ਸਾਡਾ ਜੋ ਸਾਹ ਹੈ, ਉਹ ਬੇਰੋਕ ਤਰੀਕੇ ਨਾਲ, ਬੇਰੋਕ ਹੋ ਕੇ, ਮਤਲਬ ਬਿਨਾਂ ਰੁਕੇ, ਬੇਰੋਕ ਗਤੀ ਨਾਲ ਸਾਡੇ ਮੂੰਹ ਵਿੱਚੋਂ ਬਾਹਰ ਨਿਕਲੇ, ਬੇਰੋਕ ਗਤੀ ਨਾਲ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੀ ਸਵਰ ਧੁਨੀਆਂ। ਅੱਛਾ, ਵਿਅੰਜਨ ਧੁਨੀਆਂ ਉਹ ਹਨ ਜਿਨ੍ਹਾਂ ਨੂੰ ਬੋਲਣ ਵੇਲੇ ਸਾਡਾ ਜਿਹੜਾ ਸਾਹ ਹੈ ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਅਟਕੇ। ਮਤਲਬ ਕੀ ਹੈ ਕਿ ਉਹਨਾਂ ਨੂੰ ਰੋਕਣ ਵਾਲਾ ਕੋਈ ਨਾ ਕੋਈ ਚੀਜ਼ ਹੋਵੇ, ਸਾਡੇ ਮੂੰਹ ਦਾ ਅੰਗ ਕੋਈ ਨਾ ਕੋਈ ਇਹਨਾਂ ਨੂੰ ਰੋਕੇ। ਇਸ ਨੂੰ ਜੋ ਸਾਡੇ ਸਾਹ ਦੀ ਜੋ ਗਤੀ ਹੈ ਉਸ ਨੂੰ ਕਿਤੇ ਨਾ ਕਿਤੇ ਠੱਲ ਪਾਵੇ, ਥੋੜ੍ਹੀ ਜਿਹੀ, ਥੋੜ੍ਹਾ ਜਿਹਾ ਸਟਾਪ ਕਰੇ ਉਸ ਨੂੰ, ਉਹਨਾਂ ਨੂੰ ਕਿਹਾ ਜਾਂਦਾ ਹੈ ਵਿਅੰਜਨ ਧੁਨੀਆਂ। ਜਦੋਂ ਸਾਡੇ ਸਾਹ ਦੀ ਹਵਾ ਜਿਹੜੀ ਉਹ ਬੇਰੋਕ ਗਤੀ ਨਾਲ ਬਾਹਰ ਆ ਰਹੀ ਹੈ, ਉਹ ਜਿਨ੍ਹਾਂ ਧੁਨੀਆਂ ਨੂੰ ਬੋਲਣ ਵੇਲੇ ਉਹ ਸਵਰ ਧੁਨੀਆਂ ਹੈ। ਅਤੇ ਜਿਨ੍ਹਾਂ ਧੁਨੀਆਂ ਨੂੰ ਬੋਲਣ ਵੇਲੇ ਸਾਡੇ ਸਾਹ ਦੀ ਹਵਾ ਕਿਤੇ ਨਾ ਕਿਤੇ ਰੁਕਦੀ ਹੈ, ਉਹਨੂੰ ਕਿਤੇ ਨਾ ਕਿਤੇ ਸਟਾਪ ਮਿਲਦਾ ਹੈ, ਜਦੋਂ ਉਹਨਾਂ ਨੂੰ ਬੋਲਦੇ ਹਾਂ ਤਾਂ ਉਹ ਆਪਾਂ ਕਿਹੜੀਆਂ ਧੁਨੀਆਂ ਬੋਲ ਰਹੇ ਹਾਂ? ਵਿਅੰਜਨ ਧੁਨੀਆਂ। ਅੱਛਾ, ਸਵਰ ਧੁਨੀਆਂ ਦੀ ਆਪਾਂ ਗੱਲ ਕਰ ਚੁੱਕੇ ਹਾਂ। 10 ਸਵਰ ਧੁਨੀਆਂ ਆਪਾਂ ਲਿਸਟ ਦੇ ਵਿੱਚ ਇਹਨਾਂ ਦੀ ਗੱਲ ਕਰ ਲਈ ਹੈ ਜੀ। ਹੁਣ ਗੱਲ ਕਰੀਏ ਜੀ ਵਿਅੰਜਨ ਧੁਨੀਆਂ ਦੀ। ਉਹਨਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਹੈ ਉਚਾਰਨ ਸਥਾਨ ਦੇ ਆਧਾਰ 'ਤੇ। ਦੂਜਾ ਉਚਾਰਨ ਵਿਧੀ ਹੈ ਜਿਹੜਾ ਇਹ ਹਾਈ ਲੈਵਲ ਦਾ ਥੋੜ੍ਹਾ ਜਿਹਾ, ਸੋ ਇਹਦੇ ਬਾਰੇ ਆਪਾਂ ਗੱਲ ਨਹੀਂ ਕਰਨੀ। ਇਹਦੇ ਵਿੱਚੋਂ ਥੋੜ੍ਹੀਆਂ ਚੀਜ਼ਾਂ ਆਪਾਂ ਲੱਭਣੀਆਂ ਉਚਾਰਨ ਵਿਧੀ 'ਚੋਂ, ਸਾਰੀਆਂ ਨਹੀਂ। ਉਚਾਰਨ ਸਥਾਨ ਦੇ ਆਧਾਰ 'ਤੇ ਆਪਾਂ ਪੂਰੀ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰੀਏ,
ਉਚਾਰਨ ਸਥਾਨ ਦੇ ਆਧਾਰ ਤੇ ਆਪਾਂ ਦੇਖਦੇ ਹਾਂ ਜੀ ਧੁਨੀਆਂ। ਜੀ ਬਿਲਕੁਲ, ਉਚਾਰਨ ਸਥਾਨ ਦੇ ਆਧਾਰ ਤੇ ਮਤਲਬ ਕੀ ਹੈ ਕਿ ਸਾਡੇ ਮੁੱਖ ਦੇ ਵਿੱਚ ਬਹੁਤ ਸਾਰੇ ਅੰਗ ਨੇ, ਜਿਵੇਂ ਕਿ ਦੰਦ ਹੈ, ਜੀਭ ਹੈ, ਸਾਡਾ ਦੰਦ ਪਠਾਰ ਹੈ, ਤਾਲੂਆ ਹੈ ਨਾ, ਸੋ ਕੋਮਲ ਤਾਲੂਆ ਹੈ, ਕਠੋਰ ਤਾਲੂਆ ਹੈ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਅੰਗ ਨੇ। ਜੀਭ ਦੀ ਅਗਲੀ ਟਿਪ ਨੋਕ ਹੈ, ਜੀਭ ਦਾ ਪਿਛਲਾ ਹਿੱਸਾ ਹੈ। ਸੋ ਦੰਤ ਜਿਹਨੂੰ ਕਹਿੰਦੇ ਆ, ਜਿਹੜਾ ਦੰਦ ਤੇ ਤਾਲੂਏ ਦਾ ਵਿਚਲਾ ਹਿੱਸਾ ਹੈ, ਉਹਨਾਂ ਦੇ ਅਨੁਸਾਰ ਆਪਾਂ ਇਹਨਾਂ ਦੀ ਵੰਡ ਕਰਦੇ ਹਾਂ। ਸੋ ਸਭ ਤੋਂ ਪਹਿਲੀ ਗੱਲ ਹੈ ਸਾਡਾ ਜਿਹੜਾ ਸਭ ਤੋਂ ਪਹਿਲਾਂ ਕੀ ਹੈ, ਜਿਹੜੀ ਕੱਕੇ ਵਾਲੀ ਲਾਈਨ ਹੈ, ਇਹ ਹੈ ਜੀ ਸਾਡਾ ਕੱਕਾ, ਖੱਖਾ, ਗੱਗਾ, ਘੱਗਾ ਤੇ ঙ। ਇਹ ਹੈ ਜੀ ਸਾਡੀਆਂ ਕੰਠੀ ਧੁਨੀਆਂ। ਅਗਰ ਮੈਂ ਸਿੱਧਾ ਹੀ, ਇਹ ਤਾਂ ਮੈਂ ਅੱਖਰ ਬੋਲ ਰਿਹਾ, ਅਗਰ ਮੈਂ ਧੁਨੀਆਂ ਬੋਲੂੰਗਾ ਕ, ਖ, ਗ, ਕ, ङ। ਸੋ ਇਹ ਕੀ ਆ, ਆਵਾਜ਼ ਜਦੋਂ ਤੁਸੀਂ ਬੋਲੋਗੇ ਨਾ, ਉਦੋਂ ਕਿਸੇ ਵੀ ਤਰੀਕੇ ਨਾਲ ਬੋਲ ਕੇ ਵੇਖ ਲਓ। ਹਾਲਾਂਕਿ ਧੁਨੀਆਂ ਨੂੰ ਬੋਲਣ ਦਾ ਤਰੀਕਾ ਤਾਂ ਇਹੀ ਹੈ, ਕ, ਖ, ਗ, ਕ, ङ। ਪਰ ਕੀ ਹੈ, ਅਗਰ ਤੁਸੀਂ ਅੱਖਰਾਂ ਨੂੰ ਵੀ ਬੋਲਦੇ ਹੋ ਤਾਂ ਵੀ ਮੈਨੂੰ ਲੱਗਦਾ ਕਿ ਪਤਾ ਲੱਗ ਜਾਂਦਾ, ਮੈਨੂੰ ਤਾਂ ਪਤਾ ਲੱਗ ਜਾਂਦਾ ਹੈ ਕਿ ਅੱਖਰ ਬੋਲਣ ਨਾਲ ਹੀ। ਸੋ ਇੱਥੇ ਕੀ ਹੈ, ਇਹ ਜਿਹੜਾ ਸਾਡਾ ਕੈ ਵਰਗ ਹੈ, ਇਹ ਹੈ ਸਾਡੀਆਂ ਕੰਠੀ ਧੁਨੀਆਂ। ਕੰਠੀ ਧੁਨੀਆਂ ਕਿਉਂ ਹੈ ਇਹਨਾਂ ਦਾ ਨਾਮ? ਕਿਉਂਕਿ ਇਹਨਾਂ ਧੁਨੀਆਂ ਨੂੰ ਬੋਲਣ ਵੇਲੇ ਆਵਾਜ਼ ਹੈ ਜਿਹੜੀ ਉਹ ਸਾਡੀ ਕੰਠ ਗਲੇ 'ਚੋਂ ਆ ਰਹੀ ਹੈ। ਤੁਸੀਂ ਦੇਖ ਲਓ, ਕ, ਖ, ਗ, ਕ, ङ, ਜਾਂ ਦੂਸਰੇ ਤਰੀਕੇ ਨਾਲ ਬੋਲ ਕੇ ਵੇਖ ਲਓ, ਕੱਕਾ, ਖੱਖਾ, ਗੱਗਾ, ਘੱਗਾ, ঙ। ਤੁਸੀਂ ਨੋਟ ਕਰੋਗੇ ਇਸ ਗੱਲ ਨੂੰ ਕਿ ਆਵਾਜ਼ ਹੈ ਜਿਹੜੀ ਉਹ ਕੰਠ ਜਾਂ ਗਲੇ 'ਚੋਂ ਆ ਰਹੀ ਹੈ। ਹੁਣ ਦੂਸਰੀ ਦੇਖੋ ਜੀ, ਚੱਚਾ, ਛੱਛਾ, ਜੱਜਾ, ਝੱਜਾ, ञ। ਅੱਛਾ ਠੀਕ ਹੈ ਜੀ। ਇਹ ਜਿਹੜੀਆਂ ਧੁਨੀਆਂ ਇਹ ਤੁਸੀਂ ਦੇਖਦੇ ਹੋ ਕਿ ਜਦੋਂ ਆਪਾਂ ਇਹਨਾਂ ਨੂੰ ਬੋਲਦੇ ਹਾਂ, ਚੱਚਾ, ਛੱਛਾ, ਜੱਜਾ, ਝੱਜਾ, ञ, ਇਹ ਸਾਡੀਆਂ ਹੈ ਜੀ ਤਾਲਵੀ ਧੁਨੀਆਂ। ਇਹਨਾਂ ਨੂੰ ਕਿਹਾ ਜਾਂਦਾ ਹੈ ਤਾਲਵੀ ਧੁਨੀਆਂ। ਤਾਲਵੀ ਧੁਨੀਆਂ ਸਾਡਾ ਪੈਲਟ ਹੈ ਜਿਹੜਾ ਤਾਲੂਆ, ਪੈਲਟ ਜਿਹਨੂੰ ਕਹਿੰਦੇ ਆ, ਤਾਲਵੀ ਧੁਨੀਆਂ। ਉਹਨਾਂ ਦੇ ਨਾਲ ਜਦੋਂ ਸਾਡੀ ਜ਼ਬਾਨ ਲੱਗਦੀ ਹੈ, ਸਾਡੀ ਜ਼ਬਾਨ ਦਾ ਹਿੱਸਾ ਜਦੋਂ ਤਾਲੂਏ ਨਾਲ ਲੱਗਦਾ ਹੈ, ਜਿਨ੍ਹਾਂ ਨੂੰ ਬੋਲਣ ਲੱਗਿਆ ਹੁਣ ਤੁਸੀਂ ਬੋਲ ਲਓ, ਚ, ਛ, ਜ, ਚ, ञ। ਜਦੋਂ ਬੋਲਦੇ ਆ ਤਾਂ ਉਦੋਂ ਤਾਲਵੀ ਧੁਨੀਆਂ ਇਹਨਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਸਾਡੀ ਜਿਹੜੀ ਜੀਭ ਹੈ ਉਹ ਸਾਡੇ ਤਾਲੂਏ ਨਾਲ ਲੱਗਦੀ ਹੈ, ਤਾਲੂਏ ਨਾਲ, ਪੈਲਟ ਨਾਲ। ਹੁਣ ਆਪਾਂ ਗੱਲ ਕਰਦੇ ਹਾਂ ਟ, ਠ, ਟੈਂਕਾ, ਠੱਠਾ, ਡੱਡਾ, ਢੱਡਾ, ਅਣਾਣਾ। ਅੱਛਾ, ਇਹਨਾਂ ਨੂੰ ਜਦੋਂ ਆਪਾਂ ਬੋਲਦੇ ਹਾਂ ਟ, ਠ, ਡ, ਟ, ਣ, ਸਾਡੀ ਜੀਭ ਹੈ ਜਿਹੜੀ ਉਹ ਮੁੜ ਕੇ ਜੀਭ ਦਾ ਥਲੜਾ ਹਿੱਸਾ ਤਾਲੂਏ ਨੂੰ ਟੱਚ ਕਰਦਾ ਹੈ। ਬੋਲ ਕੇ ਵੇਖ ਲਿਓ। ਸੋ ਇਹ ਕੀ ਹੈ, ਸਾਡੀ ਜੀਭ ਹੈ ਜਿਹੜੀ ਉਹ ਪੁੱਠੀ ਹੋ ਗਈ, ਇਸ ਕਰਕੇ ਇਹਦਾ ਨਾਮ ਹੈ ਮੂਰਧੁਨੀ ਜਾਂ ਉਲਟੀ ਜੀਭੀ। ਉਲਟੀ ਵੋਮਿਟਿੰਗ ਵਾਲੀ ਉਲਟੀ ਨਹੀਂ, ਉਲਟੀ ਮਤਲਬ ਕੀ ਹੈ, ਜਿਹੜਾ ਸਿੱਧੇ ਦਾ ਵਿਰੋਧੀ, ਉਲਟੀ, ਛਾਲੀ ਵਾਲੀ ਉਲਟੀ ਨਹੀਂ, ਉਲਟੀ ਜੀਭੀ, ਪੁੱਠੀ, ਉਲਟੀ ਜੀਭੀ ਧੁਨੀਆਂ ਇਹ ਨੇ ਸਾਡੀਆਂ ਉਲਟੀ ਜੀਭੀ ਧੁਨੀਆਂ। ਟ, ਠ, ਡ, ਟ, ਣ, ਟੈਂਕਾ, ਠੱਠਾ, ਐਵੇਂ ਵੀ ਬੋਲ ਕੇ ਵੇਖ ਲਓ, ਭਾਵੇਂ ਡੱਡਾ, ਟੱਡਾ, ਅਣਾਣਾ, ਅੜਾੜਾ ਵੀ ਦੇਖੋ ਬੋਲੋ। ਜਿਹੜਾ ਅੜਾੜਾ ਵੀ ਹੈ ਉਹ ਵੀ ਸਾਡੀ ਮੂਰਧੁਨੀ ਹੈ, ਕਿਉਂਕਿ ਅੜਾ ਬੋਲਦੇ ਆ ਉਦੋਂ ਵੀ ਸਾਡੀ ਜਿਹੜੀ ਜ਼ਬਾਨ ਹੈ ਨਾ ਉਹ ਐਵੇਂ ਹੀ, ਮਤਲਬ ਕੀ ਹੈ ਕਿ ਉਹ ਮੋੜ ਖਾਂਦੀ ਹੈ ਅਤੇ ਉਸਦਾ ਥਲੜਾ ਹਿੱਸਾ ਸਾਡੇ ਤਾਲੂਏ ਨਾਲ ਲੱਗਦਾ ਹੈ। ਉਸ ਤੋਂ ਉਪਰੰਤ ਸਾਡਾ ਤੱਤਾ, ਥੱਥਾ, ਦੱਦਾ, ਤੱਦਾ, ਨੰਨਾ, ਰਾਰਾ ਵੀ ਨਾਲ ਇਹਦੇ, ਰਾਰਾ, ਰਾ, ਤ, ਥ, ਦ, ਤ, ਨ, ਰ। ਇਹਨਾਂ ਨੂੰ ਜਦੋਂ ਆਪਾਂ ਬੋਲਦੇ ਹਾਂ, ਤੁਸੀਂ ਨੋਟ ਕੀਤਾ ਹੋਵੇਗਾ ਕਿ ਸਾਡੀ ਜਿਹੜੀ ਜੀਭ ਹੈ ਉਹਦਾ ਜਿਹੜਾ ਅਗਲਾ ਹਿੱਸਾ ਹੈ, ਤ, ਥ, ਦ, ਤ, ਨ, ਸਾਡੀ ਜੀਭ ਦਾ ਅਗਲਾ ਹਿੱਸਾ ਸਾਡੀ ਜੀਭ ਦਾ ਦੰਦਾਂ ਨਾਲ ਵੀ ਲੱਗਦਾ ਹੈ, ਸਾਡੇ ਦੰਦਾਂ ਨਾਲ ਵੀ ਲੱਗੀ ਜਾਂਦਾ ਅਤੇ ਉੱਤੇ ਤਾਲੂਏ ਨਾਲ ਵੀ ਲੱਗੀ ਜਾਂਦਾ ਹੈ ਨਾ।
ਉੱਤੇ ਤਾਲੂਏ ਨਾਲ ਵੀ ਲੱਗੀ ਜਾਂਦਾ ਹੈ। ਸੋ ਇਹਨਾਂ ਦੋਵਾਂ ਦੇ ਪਹਿਲੇ ਦੋ ਅੱਖਰ ਚੱਕ ਕੇ ਇਹਨੂੰ ਤੇ ਇਹਨੂੰ ਇਹਨਾਂ ਨੂੰ ਕਹਿ ਦਿੰਦੇ ਆ ਦੰਤੀ ਧੁਨੀਆਂ ਕਹਿੰਦੇ ਆ ਇਹਨਾਂ ਨੂੰ, ਦੰਤੀ ਧੁਨੀਆਂ। ਦੰਤੀ ਧੁਨੀਆਂ ਵੀ ਜਿਹੜੇ ਸਾਡੀ ਜੀਭ ਦਾ ਅਗਲਾ ਹਿੱਸਾ ਤੁਸੀਂ ਬੋਲ ਕੇ ਵੇਖ ਲਓ, ਤ ਥ ਦ ਤ ਨ ਰ। ਜਦੋਂ ਇਹਨਾਂ ਨੂੰ ਬੋਲਦੇ ਆ ਤਾਂ ਸਾਡੀ ਜਿਹੜੀ ਜੀਭ ਦਾ ਅਗਲਾ ਹਿੱਸਾ ਹੈ ਉਹ ਦੰਦਾਂ ਨੂੰ ਵੀ ਛੂੰਹਦਾ ਹੈ ਤੇ ਤਾਲੂਏ ਨੂੰ ਵੀ ਛੂੰਹਦਾ ਹੈ। ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਦੰਤੀ ਧੁਨੀਆਂ। ਉਚਾਰਨ ਸਥਾਨ ਦੇ ਆਧਾਰ ਤੇ ਹੈ। ਉਚਾਰਨ ਸਥਾਨ ਦੇ ਆਧਾਰ ਤੇ ਵੀ ਦੇਖੋ ਕਿੱਡਾ ਮਤਲਬ ਕੀ ਹੈ ਕਿ ਜਿਹੜੇ ਸਥਾਨ ਤੋਂ ਧੁਨੀ ਬੋਲੀ ਗਈ ਹੈ ਉਸੇ ਦੇ ਨਾਂ ਤੇ ਹੀ ਨਾਮ ਰੱਖਿਆ। ਕੰਠ ਚੋਂ ਬੋਲੀ ਗਈ ਤੇ ਕੰਠੀ ਧੁਨੀ ਹੈ, ਜੇ ਤਾਲੂਏ ਦਾ ਵਰਤੋਂ ਹੋ ਗਈ ਤੇ ਤਾਲਵੀ ਧੁਨੀ ਹੈ, ਜੇ ਜੀਭ ਸਾਡੀ ਪਲਟ ਗਈ ਤਾਂ ਉਲਟੀ ਜੀਭੀ ਧੁਨੀ ਹੈ। ਦੇਖੋ ਨਾਮ ਵੀ ਉਹਨਾਂ ਦੇ ਅਨੁਸਾਰ ਹੀ ਨੇ। ਅਗਲੀ ਤਾਂ ਹੋਰ ਵੀ ਸੌਖੀ ਹੈ, ਪ ਫ ਬ ਭ ਮ, ਪੱਪਾ ਫੱਫਾ ਬੱਬਾ ਪੱਬਾ ਮੰਮਾ। ਹੁਣ ਤੁਸੀਂ ਇਹਨਾਂ ਦੇ ਵਿੱਚ ਦੇਖੋ ਜਦੋਂ ਆਪਾਂ ਇਹਨਾਂ ਨੂੰ ਬੋਲਦੇ ਹਾਂ ਸਾਡੇ ਦੋਨੋਂ ਬੁੱਲ, ਸਾਡੇ ਦੋਨੋਂ ਹੋਂਠ ਆਪਸ ਦੇ ਵਿੱਚ ਜੁੜਦੇ ਹਨ। ਇਹਨਾਂ ਨੂੰ ਇੱਕ ਤਾਂ ਹੋਠੀ ਧੁਨੀ ਵੀ ਕਿਹਾ ਜਾਂਦਾ ਹੈ, ਹੋਂਠੀ ਜਾਂ ਦੋ ਹੋਂਠੀ ਵੀ ਕਹਿ ਦਿੱਤਾ ਜਾਂਦਾ ਹੈ ਕਈ ਵਾਰੀ, ਦੋ ਹੋਠੀ ਧੁਨੀ। ਇਹ ਜਿਹੜੀਆਂ ਧੁਨੀਆਂ ਨੇ ਸਾਡੀਆਂ, ਇਹ ਸਾਡੀਆਂ ਹੋਂਠੀ ਜਾਂ ਦੋ ਹੋਂਠੀ ਧੁਨੀਆਂ ਹਨ। ਉਸ ਤੋਂ ਬਾਅਦ ਸਾਡੀਆਂ ਜਿਵੇਂ ਕਿ ਆਪਾਂ ਰਾਰੇ ਦੀ ਗੱਲ ਕਰ ਚੁੱਕੇ ਹਾਂ। ਸੋ ਇਸ ਤਰ੍ਹਾਂ ਕਰਕੇ ਕੀ ਹੈ, ਇਹ ਸਾਡੀਆਂ ਉਚਾਰਨ ਸਥਾਨ ਦੇ ਆਧਾਰ 'ਤੇ ਨੇ। ਸੋ ਜੋ ਵੀ ਤੁਹਾਡੀ ਕੋਈ ਮੰਨ ਲਓ ਅਥੈਂਟਿਕ ਬੁੱਕ ਤੁਸੀਂ ਲਈ ਫਿਰਦੇ ਆ ਉਹਦੇ ਵਿੱਚ ਇਹ ਧੁਨੀਆਂ ਦਿੱਤੀਆਂ ਨੇ। ਸੋ ਮੈਂ ਤਾਂ ਤੁਹਾਨੂੰ ਇੱਕ ਬੋਲਣ ਦਾ ਤਰੀਕਾ ਦੱਸਣਾ ਸੀਗਾ, ਉਹ ਮੈਂ ਤੁਹਾਨੂੰ ਦੱਸਦਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਉਚਾਰਨ ਵਿਧੀ ਦੇ ਆਧਾਰ 'ਤੇ ਆਪਾਂ ਗੱਲ ਕਰਦੇ ਹਾਂ। ਉਚਾਰਨ ਢੰਗ ਜਾਂ ਉਚਾਰਨ ਵਿਧੀ ਦੇ ਆਧਾਰ 'ਤੇ। ਅੱਛਾ, ਇੱਕ ਹੋਰ ਹੈ ਜਿਹੜਾ ਸਾਡਾ ਹਾਹੇ ਦਾ ਆ ਜਾਂਦਾ ਹੈ ਕਿ ਇਹ ਇੱਕ ਸੁਰ ਯੰਤਰੀ ਧੁਨੀ ਹੈ, ਕਿਉਂਕਿ ਪੰਜਾਬੀ ਹੈ ਜੀ ਸਾਡੀ ਇਹ ਇੱਕ ਸੁਰਾਤਮਕ ਭਾਸ਼ਾ ਹੈ ਅਤੇ ਉਹਦੇ ਵਿੱਚ ਜਿਹੜਾ ਹਾ ਅੱਖਰ ਹੈ ਉਹ ਮਤਲਬ ਕੀ ਹੈ ਕਿ ਇਹ ਜਿਹੜਾ ਕੀ ਹੈ ਅਕਾਰਨ ਹੀ ਸੁਰ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਲਿਖਿਆ ਹੁੰਦਾ ਹੈ ਚਾਹ, ਸੋ ਇਹਨੂੰ ਆਪਾਂ ਚਾਹ ਬੋਲ ਦਿੰਦੇ, ਇਕੱਲਾ ਹ ਨਹੀਂ ਬੋਲਦੇ ਤਾਂ ਉਹ ਇੱਕ ਸੁਰ ਦੇ ਵਿੱਚ ਬਦਲ ਜਾਣਾ। ਸੋ ਇਹਦੇ ਕਰਕੇ ਇਸ ਨੂੰ ਸੁਰ ਯੰਤਰੀ ਕਿਹਾ ਜਾਂਦਾ ਹੈ। ਇਹ ਵੀ ਥੋੜ੍ਹਾ ਧਿਆਨ ਰੱਖਣਾ। ਉਚਾਰਨ ਵਿਧੀ ਦੇ ਆਧਾਰ 'ਤੇ, ਉਚਾਰਨ ਢੰਗ ਜਾਂ ਉਚਾਰਨ ਤਰੀਕੇ ਦੇ ਆਧਾਰ 'ਤੇ ਵੀ ਵਿਅੰਜਨ ਧੁਨੀਆਂ ਜਿਹੜੀਆਂ ਹਨ ਉਹ ਜੀ ਦੋ ਪ੍ਰਕਾਰ ਦੇ ਨਾਲ ਹੁੰਦੀਆਂ ਹਨ। ਇੱਕ ਤਾਂ ਡੱਕਵੇਂ ਵਿਅੰਜਨ ਅਤੇ ਇੱਕ ਅਡੱਕਵੇਂ ਵਿਅੰਜਨ। ਬਸ ਇੰਨਾ ਹੀ ਧਿਆਨ ਰੱਖਿਓ। ਇੱਕ ਤਾਂ ਇਹ ਕੀ ਹੈ ਸਾਡਾ ਉਚਾਰਨ ਵਿਧੀ ਦੇ ਆਧਾਰ 'ਤੇ ਵਿਅੰਜਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਵਿਅੰਜਨ ਧੁਨੀਆਂ ਦੀ ਆਪਾਂ ਵੰਡ ਕਰ ਰਹੇ ਹਾਂ। ਜਿਹੜੀ ਪਿੱਛੇ ਆਪਾਂ ਪੜ੍ਹੀ ਆ ਉਹ ਵੀ ਵਿਅੰਜਨ ਧੁਨੀਆਂ ਦਾ ਇੱਕ ਵਰਗੀਕਰਨ ਪੜ੍ਹਿਆ ਹੈ ਉਚਾਰਨ ਸਥਾਨ ਦੇ ਆਧਾਰ 'ਤੇ। ਸੋ ਉਚਾਰਨ ਵਿਧੀ ਦੇ ਵਿੱਚ ਇੱਕ ਤਾਂ ਹੁੰਦੇ ਆ ਜੀ ਡੱਕਵੀਆਂ ਵਿਅੰਜਨ ਧੁਨੀਆਂ, ਇੱਕ ਹੁੰਦਾ ਜੀ ਅਡੱਕਵੇਂ। ਡੱਕਣਾ, ਕਿਸੇ ਨੂੰ ਰੋਕਣਾ, ਇਹਦਾ ਅਰਥ ਤਾਂ ਇਹੀ ਹੈ ਡੱਕਵਾਂ, ਮਤਲਬ ਕਿ ਕਿਸੇ ਨੂੰ ਰੋਕਣਾ, ਡੱਕਵਾਂ। ਅੱਛਾ, ਇਹਦੇ ਵਿੱਚ ਤੁਸੀਂ ਧਿਆਨ ਰੱਖਿਓ ਵੀ ਪਹਿਲਾਂ ਤਾਂ ਉਚਾਰਨ ਵਿਧੀ ਦੇ ਆਧਾਰ 'ਤੇ ਰੱਖ ਲਿਓ ਜੀ। ਦੋ ਤਰੀਕੇ ਨੇ ਵੀ ਦੋ ਹਿੱਸਿਆਂ ਦੇ ਵਿੱਚ ਉਚਾਰਨ ਵਿਧੀ ਦੇ ਆਧਾਰ 'ਤੇ ਵਿਅੰਜਨ ਧੁਨੀਆਂ ਨੂੰ ਵੰਡਿਆ ਜਾਂਦਾ ਹੈ। ਡੱਕਵੇਂ ਵਿਅੰਜਨ ਨੇ 15। ਹੁਣ ਤੁਸੀਂ ਐਵੇਂ ਨਾ ਕਰਿਓ ਕਿ ਇਹਦੇ ਵਿੱਚ ਪਤਾ ਕਰਨ ਲੱਗ ਜਾਓ ਇਹਦੇ ਵਿੱਚ ਸਗੋਸ਼ ਕਿਹੜੀਆਂ ਨੇ, ਅਗੋਸ਼ ਕਿਹੜੀਆਂ ਨੇ, ਅਲਪ ਪ੍ਰਾਣ ਕਿਹੜੀਆਂ ਨੇ, ਮਹਾਪ੍ਰਾਣ ਕਿਹੜੀਆਂ ਨੇ। ਉਹ ਹੈ ਜਿਹੜਾ ਉਹ ਬਹੁਤ ਹਾਈ ਲੈਵਲ ਦੀ ਗੱਲ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਸਮਾਂ ਨਾ ਬਰਬਾਦ ਕਰਿਓ। ਗਿਆਨ ਪ੍ਰਾਪਤ ਕਰਨ ਵਾਸਤੇ, ਗਿਆਨ ਇਕੱਠਾ ਕਰਨ ਵਾਸਤੇ ਸਾਰੀ ਉਮਰ ਪਈ ਹੈ। ਜਦੋਂ ਮਰਜ਼ੀ ਇਕੱਠਾ ਕਰੀ ਜਾਇਓ। ਇੱਕ ਵਾਰ ਜਿਹੜਾ ਤੁਸੀਂ ਆਪਣਾ ਅਸਲੀ ਲੈਵਲ ਹੈ ਉਹਦੇ 'ਤੇ ਆਪਾਂ ਜ਼ਰੂਰ ਫੋਕਸ ਕਰੋ। ਇਹ ਵੀ ਆਪਾਂ ਲੈਵਲ ਤੋਂ ਗਾਂਹ ਆ ਥੋੜ੍ਹਾ ਜਿਹਾ ਹਜੇ। ਹੁਣ ਦੇਖੋ ਅਡੱਕਵਿਆਂ ਦੇ ਇੱਕ ਤਾਂ ਵਿੱਚ ਹੁੰਦੇ ਆ ਅਨੁਨਾਸਿਕੀ ਵਿਅੰਜਨ ਹੁੰਦੇ ਨੇ, ਜੋ ਆਪਾਂ ਪੜ੍ਹ ਚੁੱਕੇ ਹਾਂ। ਅਨੁਨਾਸਿਕੀ ਵਿਅੰਜਨ ਉਹ ਕਿਹੜੇ ਆ ਸਾਡੇ ਜਿਹੜੇ ਪੰਜ ਹੈ, ੰਗਾ, ञ, ਅਣਾਣਾ, ਨੰਨਾ ਤੇ ਮੰਮਾ। ਉਸ ਤੋਂ ਉਪਰੰਤ ਇੱਕ ਸਾਡਾ ਹੁੰਦਾ ਹੈ ਫਟਕਵਾਂ ਵਿਅੰਜਨ। ਇਹ ਹੈ ਸਾਡਾ ਅੜਾੜਾ ਜਿਹੜਾ ਇਹਨੂੰ ਸਾਡਾ ਫਟਕਵਾਂ ਵਿਅੰਜਨ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਜਦੋਂ ਆਪਾਂ ਇਸ ਨੂੰ ਬੋਲਦੇ ਹਾਂ ਤਾਂ ਸਾਡੀ ਜਿਹੜੀ ਜ਼ੁਬਾਨ ਹੈ ਅੜਾ ਉਹ ਕੀ ਹੈ ਝਟਕੇ ਦੇ ਨਾਲ, ਇੱਕ ਫਟਕੇ ਦੇ ਨਾਲ, ਮਤਲਬ ਕੀ ਹੈ ਇੱਕ ਝਟਕੇ ਦੇ ਨਾਲ
मतलब बड़ी तेज़ी के नाल मुड़ के ते वापस आ जाती है, इस करके इसनूं फटकवां व्यंजन भी कह दिता जाता है। अच्छा, एक हुंदा साडा कांबवां व्यंजन। कांबवां, कांबवां मतलब कंबनी तो, कंबण तो बनया है, शिवरिंग। कांबवां, कांबवां जी, आह कांबवां व्यंजन। ये है रारा, र ਜਿਹੜਾ ਰ ਵਿਅੰਜਨ ਹੈ ਸਾਡਾ, ਰਾਰਾ ਜਦੋਂ ਆਪਾਂ ਬੋਲਦੇ ਹਾਂ ਤਾਂ ਸਾਡੀ ਜਿਹੜੀ ਜੀਭ ਆ ਉਹ ਕੰਬਦੀ ਹੈ, ਇਸ ਕਰਕੇ ਇਹਦਾ ਨਾਮ ਦਿੱਤਾ ਜਾਂਦਾ ਹੈ ਕਾਂਬਵਾਂ ਵਿਅੰਜਨ। ਹੋਰ ਆਪਾਂ ਦੇਖ ਲਓ ਇੱਕ ਵਾਰ, ਇਹ ਡੱਕਵੇਂ ਵਿਅੰਜਨ ਨੇ ਸਾਡੇ, ਇਹ ਸਾਡੇ ਅਡੱਕਵੇਂ ਵਿਅੰਜਨ ਨੇ। ਹੋਰ ਅਡੱਕਵੇਂ ਵਿਅੰਜਨਾਂ ਦੇ ਵਿੱਚ ਸਾਡੇ ਜਿਹੜੇ ਜੋ ਅਰਧ ਸਵਰ ਨੇ ਜਾਂ ਅੱਧ ਸਵਰ, ਉਹ ਆਪਾਂ ਅਡੱਕਵੇਂ ਵਿਅੰਜਨਾਂ ਦੇ ਵਿੱਚ ਹੀ ਪੜ੍ਹਦੇ ਹਾਂ। ਅੱਧ ਸਵਰ ਜਿਹੜੇ ਸਾਡੇ ਯਈਆ ਤੇ ਵਾਵਾ ਹਨ, ਇਹ ਸਾਡੇ ਬਹੁਤ ਵਾਰੀ ਕੀ ਹੈ ਕਿ ਅਰਧ ਸਵਰ ਦੀ ਵਰਤੋਂ ਇਹਨਾਂ ਦੀ ਹੁੰਦੀ ਹੈ। ਅੱਛਾ, ਜੇ ਤਾਂ ਸ਼ੁਰੂ 'ਚ ਆ ਜਾਣ, ਠੀਕ ਹੈ, ਫਿਰ ਤਾਂ ਹੈਗਾ ਜੀ, ਮੰਨ ਲਓ ਯੋਗ ਸ਼ਬਦ ਹੈ, ਯੋਗ, ਠੀਕ ਹੈ ਜੀ। ਅੱਛਾ, ਇਹ ਤਾਂ ਯੋਗ ਸ਼ਬਦ ਹੈ, ਤਾਂ ਇੱਥੇ ਕੀ ਹੈ, ਇਹ ਜਿਹੜਾ ਯਈਆ ਹੈ ਸਾਡਾ, ਮੈਂ ਗੱਲ ਕੀਤੀ ਹੈ ਕਿ ਇਹ ਸਾਡੇ ਅਰਧ ਸਵਰ ਨੇ। ਦੇਖ ਲਵੋ ਕਿਵੇਂ, ਜੇ ਤਾਂ ਇਹ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਹੈ ਹੀ ਹੈ, ਫਿਰ ਤਾਂ ਇਹ ਇੱਕ ਕੀ ਹੈ, ਵਿਅੰਜਨ ਦੀ ਹੈ। ਹੁਣ ਮੈਂ ਲਿਖਤਾ ਸ਼ਬਦ ਇੱਕ, ਆਹ ਸ਼ਬਦ ਹੈ ਜਿਹੜਾ ਆਪਾਂ ਇਸ ਤਰ੍ਹਾਂ ਲਿਖ ਦਈਏ, ਮੰਨ ਲਾ ਗਿਆਨੀ ਸ਼ਬਦ ਹੈ ਜਿਹੜਾ। ਸੋ ਇਹ ਕੀ ਹੈ, ਪੰਜਾਬੀ ਭਾਸ਼ਾ ਦੇ ਵਿੱਚ ਹੁਣ ਇਸ ਤਰ੍ਹਾਂ ਲਿਖਿਆ ਜਾਂਦਾ ਹੈ। ਸੋ ਇਹ ਇੱਥੇ ਦੇਖ ਲਓ ਤੁਸੀਂ, ਇਹ ਜਿਹੜਾ ਯਈਆ ਇਹ ਸਵਰ ਦੇ ਵਿੱਚ ਬਦਲ ਗਿਆ, ਇਸ ਕਰਕੇ ਇਹਨੂੰ ਕੀ ਕਿਹਾ ਜਾਂਦਾ, ਅੱਧਾ ਸਵਰ। मतलब की है कि कदी तो यह व्यंजन है तो कदी स्वर है, इस करके इनू अर्ध स्वर कह दिता जाता है। वही हाल वावे दा, जिवें कि शुरू दे विच आ जे तो वावा तो फिर तो व्यंजन है, किसी तो भी किसी भी अखर दे मान ला किसी भी शब्द के शुरू च अखर आ जाए ये वाह, फिर तो अपन पता है कि ये वाह ही बोलेगा। पर मान लो कि यह लिखिया आ जाए इस तरह जिवें कि अपने की लिखिया हुंदा है, जिवें कि आ शब्द है, जिवें मान लो स्वर्ग लिखिया है, स्वर्ग शब्द लिखिया है, मान लो इस तरह लिखिया है। सो इत्थे की है ये, जदों इनू आपां दूसरे तरीके नाल लिखांगे आपां इसनू तां यह इस तरह लिखिया जाऊगा स्वर्ग, सस्से दे थल्ले औंकड़ लग के स्वर्ग। अच्छा हुण तुसीं इत्थे भी देख लो कि जदों आपां इसनू जदों हटा के इधर लियाउण दी कोशिश कीती, स्वर्ग भी लिखण दे विच आउंदा है ते स्वर्ग भी, तो आ जिहड़ा ये ज़्यादा सही लगता है। क्यों? क्योंकि जिहड़ा वावा है उस दी जगह ऐड़े नाम दे स्वर ने लै रही है। सो तुसीं देखिया होगा किताबां दे विच एवें भी लिखिया हुंदा है, एवें भी लिखिया हुंदा है। क्यों? क्योंकि इत्थे ये वेखण दे विच ही है कि पैर दे विच वावा लग्या होया है, पर सही मायने कि क्योंकि ये एक दुत्त अखर भी तो है, ये एक दुत्त अखर भी तो है ना वावा जिहड़ा। सो इत्थे की है, जदों इत्थे पैर दे विच लग्या तां इह स्वर्ग ना बोलदे होए आपां इहनूं स्वर्ग बोल दिंदे आ, स्वर्ग। सो इवें ही आ जिहड़ा कि आपां जेकर बोलीए ना स्वैमान, तां असीं थोड़ा जिहा बोलण दे विच गलती कर रहे हैं। एक्चुअली दे विच स्वैमान है, यह स्वै इस तरह करके है स्वै बोलण दे विच। सो थल्ले भावें लाखी वावा लग्या सीगा पर बोलण दे विच इस तरह है स्वैमान। सो ये है जिहड़ा तुसीं ध्यान दे विच रखना है। उस तो बाद आपां गल कीती है साडीआं जिहड़ियां अखंडी धुनियां उन्हां दे विच आपां जिवें अनुनासिकता की गल कीती सी। खंडी धुनियां अनुनासिकता दे विच की हुंदियां ने, उन्हां वास्ते चिन्ह आपां बिंदी ते टिप्पी ये ध्यान रखना। अनुनासिकता जिहड़ी खंडी धुनी है बल जां दबाव वास्ते आपां अदक दी वरतों करदे हां, है ना, अखर नूं दोहरा के बोलण वास्ते। उस तो उपरंत जिवें कि सुर हुंदी है, पंजाबी एक साडी है जिहड़ी वो सुरात्मक भाषा है, इहदे विच की है सुर दी कारण ही वरतों करी जाती है, इस करके इहनूं एक सुरात्मक भाषा भी कहा जाता है। ये सुर जिहड़ी सुर उहनूं कहिंदे ने, आवाज़ दे उतरा चढ़ा नूं उहनूं कह दिंदे ने सुर। उस तो बाद तान है, संगम है। वैसे इन्हां दे सिर्फ तुसीं नाम ध्यान रखने ने, इन्हां नूं डीप दे विच जाण दी कोशिश नहीं करनी। की है अगर फिर भी पढ़ना चाहो तो कितों थोड़ा बहुता पढ़ लियो पर ज़्यादा नहीं। अखंडी धुनिया की आपां गल कीती है कि किवें नासिकता, बल, सुर, तान, संगम ये ने साडियां। सो आपां अज जिहड़ी क्लास है इहदे विच आपां खंडी ते अखंडी धुनियां आपां पढ़ियां। उस तो उपरंत आपां व्यंजनां दी उचारण स्थान ते उचारण विधि के आधार ते आपां की कीता कि व्यंजनां दा आपां वर्गीकरण करके देखिया। सो अगली जमात दे विच ये है साडा वर्ण बोध,
ਲਗਾਖਰ ਤੱਕ ਜੋ ਖਤਮ ਹੋ ਜਾਂਦਾ। ਉਸ ਤੋਂ ਬਾਅਦ ਵਰਨ ਬੋਧ ਦੇ ਵਿੱਚ ਇੱਕ ਹੋਰ ਗੱਲ ਰਹਿ ਜਾਂਦੀ ਹੈ, ਉਹ ਹੈਗੀ ਹੈ ਸ਼ਬਦ ਜੋੜਾਂ ਦੇ ਨਿਯਮ। ਅਗਲੀ ਜਮਾਤ ਦੇ ਵਿੱਚ ਆਪਾਂ ਗਿਣੇ ਚੁਣੇ ਸ਼ਬਦ ਜੋੜਾਂ ਦੇ ਨਿਯਮ, ਜਿਨ੍ਹਾਂ ਤੋਂ ਵਾਰੀ-ਵਾਰੀ ਪ੍ਰਸ਼ਨ ਪੁੱਛਿਆ ਜਾਂਦਾ ਹੈ। ਜਿਵੇਂ ਕਿ ਪਿਛਲੀ ਵਾਰੀ ਪੁੱਛਿਆ ਗਿਆ ਸੀ ਕਿ ਸਹੀ ਸ਼ਬਦ ਕਿਹੜਾ ਹੈ ਇਹਨਾਂ ਦੇ ਵਿੱਚੋਂ, ਸ਼ਾਇਦ ਸ਼ਹਿਰ ਸ਼ਬਦ ਹੈ ਜਿਹੜਾ ਉਹ ਪੁੱਛਿਆ ਗਿਆ ਸੀ, ਜਾਂ ਨਹਿਰ। ਇਸ ਤਰ੍ਹਾਂ ਕਰਕੇ ਆਪਾਂ ਦੇਖਾਂਗੇ ਕਿ ਇਹ ਸਿਹਾਰੀ ਵਾਲੇ ਕਿਵੇਂ ਬੋਲਦੇ ਨੇ, ਔਂਕੜ ਵਾਲੇ ਕਿਵੇਂ ਬੋਲਦੇ ਨੇ। ਕਈਆਂ ਅੱਖਰਾਂ ਦੇ ਮਗਰ ਨੰਨਾ ਲੱਗਿਆ ਹੁੰਦਾ ਹੈ, ਅਣਾਣਾ ਲੱਗਿਆ ਹੁੰਦਾ ਹੈ, ਉਹਨਾਂ ਦੇ ਕਿਹੜੇ ਮਗਰ ਨੰਨਾ ਅਤੇ ਕਿਹੜੇ ਮਗਰ ਅਣਾਣਾ, ਇਹ ਆਪਾਂ ਅਗਲੀ ਜਮਾਤ ਦੇ ਵਿੱਚ ਗੱਲ ਕਰਾਂਗੇ ਜੀ। ਤਦੋਂ ਤੱਕ ਰੱਬ ਰਾਖਾ ਜੀ, ਮਿਹਰਬਾਨੀ।